ਇੱਕ ਇਹ ਗੱਲ ਚੱਲ ਰਹੀ ਹੈ ਕਿ ਸ਼ਾਇਦ ਇਹ ਤਾਂ ਅਜੇ ਨੀਂਹ ਰੱਖੀ ਆ, ਅੱਗੇ ਬਹੁਤ ਕੁਝ ਹੋ ਸਕਦਾ। ਕੁਝ ਲੋਕ ਕਹਿੰਦੇ ਆ ਗਵਰਨਰ ਰੂਲ ਲੱਗ ਸਕਦਾ, ਕੁਝ ਲੋਕ ਕਹਿੰਦੇ ਆ ਪੰਜਾਬ ਨੂੰ ਕਸ਼ਮੀਰ ਬਣਾਇਆ ਜਾ ਸਕਦਾ, ਇਸ ਤਰ੍ਹਾਂ ਕਿਹਾ ਜਾ ਰਿਹਾ। ਸਾਨੂੰ ਗਵਰਨਰ ਰੂਲ ਤੋਂ ਕੋਈ ਡਰ ਨਹੀਂ, ਪਰ ਦੇਸ਼ ਦੀ ਆਜ਼ਾਦੀ ਨੂੰ ਜਿਹੜਾ ਖਤਰਾ ਉਹ ਨਹੀਂ ਅਸੀਂ ਹੁਣ ਦਵਾਂਗੇ। ਆਪਣੇ ਪੰਜਾਬ ਦੇ ਵੱਲ ਜਿਹੜਾ ਕੋਈ ਉਂਗਲ ਖੜੀ ਕਰੇਗਾ ਉਹਦੀ ਉਂਗਲ ਕੱਟਣ ਤੱਕ ਜਾਵਾਂਗੇ। ਪੰਜਾਬ ਨੂੰ ਕਦੀ ਵੀ ਅਸੀਂ ਜੰਮੂ ਕਸ਼ਮੀਰ ਨਹੀਂ ਬਣ ਦੇਣਾ। ਸਾਡੀਆਂ ਧੀਆਂ ਭੈਣਾਂ ਸੁੱਤੀਆਂ ਹੋਣਗੀਆਂ ਤੇ ਆਣ ਕੇ ਸਾਡੇ ਬਿਸਤਰੇ ਫੋਲਣ ਲੱਗ ਪੈਣਗੇ। ਕੋਈ ਪੰਜਾਬੀ ਬਰਦਾਸ਼ਤ ਕਰੇਗਾ? ਕੋਈ ਪੰਜਾਬੀ ਬਰਦਾਸ਼ਤ ਕਰੇਗਾ ਕਿ ਮੇਰਾ ਆਣ ਕੇ ਪਿੰਡ ਨੂੰ ਘੇਰਾ ਪਾ ਲਿਆ ਜਾਏ ਕਿ ਅਸੀਂ ਗੁੱਡੇ ਹਾਂ? ਕੋਈ ਬਰਦਾਸ਼ਤ ਨਹੀਂ ਕਰੇਗਾ। ਤੁਸੀਂ ਜਾਖੜ ਹੋਰਾਂ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ, ਕਿਉਂਕਿ ਕਾਫੀ ਤਿੱਖਾ ਬਿਆਨ ਆ ਉਹਨਾਂ ਦਾ? ਪਰ ਮੇਰਾ ਖਿਆਲ ਹੈ ਕਿ ਉਹਨਾਂ ਨੇ ਇਹ ਚੀਜ਼ ਨੂੰ ਹੋਰ ਚੀਜ਼ ਨਾਲ ਸੋਚ ਲਿਆ। ਕੈਪਟਨ ਅਮਰਿੰਦਰ ਸਿੰਘ ਕਿਉਂ ਫਿਰ ਕੈਪਟਨ ਅਮਰਿੰਦਰ ਸਿੰਘ ਤੇ ਵੈਲਕਮ ਕਰ ਰਹੇ ਨੇ? ਮੈਨੂੰ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਤੇ ਬਹੁਤ ਵੱਡਾ ਅਫਸੋਸ ਹੋਇਆ। ਅੱਜ ਉਹਨਾਂ ਸਟੇਟਮੈਂਟ ਦੇ ਕੇ ਪੰਜਾਬ ਦੇ ਪੰਜਾਬੀਆਂ ਦੀ ਪਿੱਠ 'ਚ ਛੁਰਾ ਮਾਰਿਆ। ਕੈਪਟਨ ਅਮਰਿੰਦਰ ਸਿੰਘ ਆਪਣੇ ਬਿਆਨ ਤੋਂ ਹੀ, ਜਿਸ ਦਿਨ ਚੀਫ ਮਿਨਿਸਟਰੀ ਚਲੀ ਗਈ, ਆਪਣੇ ਬਿਆਨ ਤੋਂ ਹੀ ਬਦਲ ਗਏ। ਬੜੇ ਮੈਨੂੰ ਤੇ ਅਫਸੋਸ ਆਇਆ। ਕਿਉਂ ਆਇਆ ਇਹ ਜਿਹਾ ਬਿਆਨ? ਤੁਸੀਂ ਕੀ ਬਿਆਨ ਕਿਉਂ ਆਇਆ? ਕੈਪਟਨ ਸਾਹਿਬ ਮੇਰਾ ਖਿਆਲ ਡੈਸਪਰੇਟ ਹੋਏ ਫਿਰਦੇ ਨੇ ਕਿ ਮੇਰੀ ਚੀਫ ਮਿਨਿਸਟਰੀ ਕਿਉਂ ਲਈ ਹੈ। ਟਿਫਨ ਬੰਬ ਤੇ ਬੰਦ ਕਰ ਨਹੀਂ ਸਕੇ, ਹੈਰੋਇਨ ਬੰਦ ਨਹੀਂ ਕਰ ਸਕੇ, ਡਰੋਨ ਬੰਦ ਨਹੀਂ ਕਰ ਸਕੇ, ਤੇ 50 ਕਿਲੋਮੀਟਰ 'ਚ ਜਾ ਕੇ ਕੀ ਕਰਨਾ ਚਾਹੁੰਦੇ? ਜਦੋਂ ਅੱਤਵਾਦ ਸੀ ਉਦੋਂ ਤੇ ਸਿਕਿਉਰਿਟੀ ਦਾ ਕੋਈ ਖਤਰਾ ਨਹੀਂ ਸੀ ਪੰਜਾਬ ਨੂੰ, ਤੇ ਟੈਰਰਿਜ਼ਮ ਦੇ ਟਾਈਮ ਦੇ ਵਿੱਚ ਇਹੀ ਪੰਜਾਬ ਪੁਲਿਸ ਜਿਹਨੇ ਇੰਨਾ ਜ਼ਬਰਦਸਤ ਤਰੀਕੇ ਦੇ ਨਾਲ ਪੰਜਾਬ 'ਚ ਅੱਤਵਾਦ ਨੂੰ ਟੈਕਲ ਕੀਤਾ ਔਰ ਖਤਮ ਕੀਤਾ। ਸਾਡੀ ਦੇਸ਼ ਭਗਤੀ ਦੇ ਇਹਨਾਂ ਸਵਾਲੀਆ ਸਵਾਲ ਖੜਾ ਕਰ ਦਿੱਤਾ। ਅਸੀਂ ਜਰਾਇਮ ਪੇਸ਼ਾ ਨਹੀਂ, ਅਸੀਂ ਦੇਸ਼ ਭਗਤੀ ਹਾਂ। ਦੇਸ਼ ਭਗਤੀ ਦੇ ਵਿੱਚ ਸਭ ਤੋਂ ਵੱਧ ਬੀਜੇਪੀ ਤੋਂ ਵੱਧ ਜੇ ਕਿਸੇ ਦਾ ਕੋਈ ਰੋਲ ਹੈਗਾ ਤੇ ਕਾਂਗਰਸ ਪਾਰਟੀ ਔਰ ਪੰਜਾਬੀਆਂ ਦਾ ਰੋਲ ਹੈ। ਉਹ ਕਾਲੇ ਪਾਣੀ 'ਚ ਸਾਡੇ ਹੀ ਬੰਦੇ ਸੀ, ਪੰਜਾਬੀ ਸੀ, ਉੱਥੇ ਸਭ ਤੋਂ ਵੱਧ ਸ਼ਹੀਦ ਹੋਏ। ਤਾਂ ਵੀਰ ਸਵਰਕਰ ਹੋਣੀ ਜੋ ਤੂੰ ਮਾਫੀ ਮੰਗ ਕੇ ਨਿਕਲ ਆਏ। ਤੇ ਇਹ ਵੀ ਦੱਸ ਦੇਣ ਕਿ ਬੀਜੇਪੀ ਦੇ ਕਿਹੜੇ ਲੀਡਰਾਂ ਨੇ ਕੈਦਾਂ ਕੱਟੀਆਂ ਨੇ, ਕਿੰਨਾਂ ਨੇ ਦੇਸ਼ ਭਗਤੀ ਦੇ, ਕਿੰਨਾਂ ਨੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ ਨੇ, ਕਿਹੜੇ ਦੇਸ਼ ਦੀ ਆਜ਼ਾਦੀ ਲਈ। ਜਿਹੜੇ ਇਹਦੇ ਤੇ ਡਿਬੇਟ ਤੇ ਹੋਣੀ ਚਾਹੀਦੀ ਆ। ਜੇ ਅਸੀਂ ਜਲਿਆਂਵਾਲੇ ਬਾਗ 'ਚ ਨਹੀਂ ਸੀ ਇਹਨਾਂ ਕੋਲ ਡਰੇ, ਜੇ ਅਸੀਂ ਗੁਰੂ ਕਾ ਬਾਗ ਲਾਇਆ, ਜੈਤੋ ਦਾ ਮੋਰਚਾ ਲਾਇਆ, ਅਸੀਂ ਚਾਬੀਆਂ ਦੇ ਮੋਰਚੇ ਲਾਏ, ਅਸੀਂ ਨਨਕਾਣਾ ਸਾਹਿਬ ਆਜ਼ਾਦ ਕਰਵਾਇਆ, ਸਾਨੂੰ ਫਿਰ ਉਹਨਾਂ ਕੁਰਬਾਨੀਆਂ ਲਈ ਤਿਆਰ ਰਹਿਣਾ ਪਏਗਾ। ਐਜ਼ ਏ ਹੋਮ ਮਿਨਿਸਟਰ ਤੁਸੀਂ ਲੀਗਲੀ ਕੀ ਲਿਖਿਆ ਹੈਗਾ ਜਾਂ ਕੀ ਲਿਖਣ ਜਾ ਰਹੇ ਹੋ ਕੇਂਦਰ ਸਰਕਾਰ ਨੂੰ? ਬੜੀ ਡਿਟੇਲਡ ਲੈਟਰ ਹੀ ਹੈ। ਮੈਂ ਇੱਕ ਅੱਧੇ ਦਿਨ 'ਚ ਪ੍ਰੈਸ ਨੂੰ ਰਿਲੀਜ਼ ਵੀ ਕਰ ਦਿਆਂਗਾ, ਕਿਉਂਕਿ ਮੈਂ ਇਸ ਕਰਕੇ ਨਹੀਂ ਰਿਲੀਜ਼ ਕੀਤੀ ਉਹ ਪਹਿਲਾਂ ਹੋਮ ਮਿਨਿਸਟਰ ਸਾਹਿਬ ਕੋਲ, ਪ੍ਰਾਈਮ ਮਿਨਿਸਟਰ ਸਾਹਿਬ ਕੋਲ ਪਹੁੰਚ ਜਾਏ। ਤੇ ਇਹਦਾ ਬਹਾਨਾ ਨਾ ਲੈ ਲੈਣ ਕਿ ਸਾਨੂੰ ਚਿੱਠੀ ਪਾਉਣ ਤੋਂ ਪਹਿਲਾਂ ਨੇ ਪ੍ਰੈਸ ਨੂੰ ਰਿਲੀਜ਼ ਕੀਤੀ। ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਕਾਂਗਰਸ ਅਗਰ ਅਗਵਾਈ ਕਰੇ, ਕਿਉਂਕਿ ਸਰਕਾਰ ਤੁਹਾਡੀ ਹੈ ਇਸ ਮਸਲੇ 'ਚ, ਤਾਂ ਬਾਕੀ ਪੰਜਾਬ ਵੀ ਪਿੱਛੇ ਖੜਾ ਹੋ ਜਾਏਗਾ। ਇਹਦੇ ਬੜੀ ਵੱਡੀ ਡਿਬੇਟ ਆ, ਪਰ ਮੈਂ ਇਹ ਚਾਹਾਂਗਾ, ਮੈਂ ਅੱਜ ਚੀਫ ਮਿਨਿਸਟਰ ਸਾਹਿਬ ਨੂੰ ਬੇਨਤੀ ਵੀ ਕਰਨੀ, ਟੈਲੀਫੋਨ ਕਰਨਾ ਉਹਨਾਂ ਨੂੰ ਕਿ ਇਹਦੇ ਤੇ ਇਮੀਡੀਏਟਲੀ ਆਲ ਪਾਰਟੀ ਮੀਟਿੰਗ ਜਿਹੜੀ ਬੁਲਾ ਲਈ ਜਾਵੇ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਬੀਐਸਐਫ ਦੇ ਮਸਲੇ ਨੂੰ ਲੈ ਕੇ ਪੰਜਾਬ ਦੀ ਸਿਆਸਤ ਭਖ ਗਈ ਹੈ। ਅਕਾਲੀ ਵੀ ਸਾਹਮਣੇ ਆਏ ਆ, ਕਾਂਗਰਸ ਵੀ ਟਿੱਪਣੀਆਂ ਕਰ ਰਹੀ ਹੈ, ਲੈਫਟ ਰਾਈਟ ਸਾਰੇ ਟਿੱਪਣੀਆਂ ਕਰ ਰਹੇ ਨੇ। ਬੀਜੇਪੀ ਚੁੱਪ ਹੈ ਕਿ ਇਹ ਮਸਲਾ ਭਖੇਗਾ, ਕਿ ਰਾਜਾਂ ਦੇ ਵੱਧ ਅਧਿਕਾਰਾਂ ਦੀ ਲੜਾਈ ਦੁਬਾਰਾ ਸ਼ੁਰੂ ਹੋ ਜਾਏਗੀ। ਸਾਡੇ ਨਾਲ ਪੰਜਾਬ ਦੇ ਡਿਪਟੀ ਸੀਐਮ ਤੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੇ। ਉਹਨਾਂ ਤੋਂ ਪੁੱਛਦੇ ਹਾਂ ਕਿ ਉਹ ਲੀਗਲੀ ਕਿਵੇਂ ਡੀਲ ਕਰ ਰਹੇ ਨੇ, ਪੋਲੀਟੀਕਲੀ ਕਿਵੇਂ ਡੀਲ ਕਰ ਰਹੇ ਨੇ। ਇਹ ਮਸਲਾ ਸੋਲਵ ਹੋਏਗਾ ਜਾਂ ਫਿਰ ਕੇਂਦਰ ਦੇ ਨਾਲ ਵਿਰੋਧ ਵਧੇਗਾ? ਸਵਾਗਤ ਹੈ ਰੰਧਾਵਾ ਸਾਹਿਬ ਪ੍ਰੋ ਪੰਜਾਬ ਟੀਵੀ ਤੇ। ਜਸਵਿੰਦਰ ਜੀ, ਜਿਹੜਾ ਤੁਸੀਂ ਕਿਹਾ ਕਿ ਮਸਲਾ ਭਖੇਗਾ ਜਾਂ ਰਾਜਾਂ ਦੇ ਜਿਹੜੇ ਅਧਿਕਾਰ ਨੇ ਉਹਨਾਂ ਤੇ ਡਾਕਾ ਜਿਹੜਾ ਮਾਰਿਆ ਜਾ ਰਿਹਾ ਜੀ, ਕਿਉਂਕਿ ਮੇਰਾ ਆਪਣਾ ਪਿੰਡ ਜੀ ਜਿੱਥੇ ਮੈਂ ਬੈਠਾ ਤੁਹਾਡੇ ਨਾਲ ਗੱਲ ਕਰ ਰਿਹਾ ਜੀ, ਇੱਥੋਂ ਬਾਰਡਰ ਪੂਰੇ 7 ਕਿਲੋਮੀਟਰ ਤੇ ਹੈ। ਔਰ ਮੇਰਾ ਆਪਣਾ ਪਿੰਡ ਜਦੋਂ ਸੈਕੰਡ ਡਿਫੈਂਸ ਲਾਈਨ ਆ ਆਰਮੀ ਦੀ ਜੀ, ਬੜੇ ਇੱਕ ਸੈਂਸਿਟਿਵ ਮੋੜ ਦੇ ਉੱਤੇ ਅਸੀਂ ਪਹੁੰਚੇ ਹਾਂ। ਔਰ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦੇਣੀ ਚਾਹੁੰਦਾ ਕਿ ਬਾਕੀ ਲੀਡਰ ਮੇਰਾ ਖਿਆਲ ਕਿ ਬਾਰਡਰ ਤੇ ਨਾ ਰਹਿਣ ਕਰਕੇ ਥਿਓਰੀਟੀਕਲ ਗੱਲ ਕਰਦੇ ਹੋਣਗੇ, ਮੈਂ ਤੁਹਾਡੇ ਨਾਲ ਪ੍ਰੈਕਟੀਕਲ ਗੱਲ ਕਰਾਂਗਾ ਜੀ। ਫਸਟ ਜਿਹੜੀ ਡਿਫੈਂਸ ਲਾਈਨ ਹੁੰਦੀ ਆ ਉੱਥੇ ਇਸ ਵੇਲੇ ਕੰਡੇਦਾਰ ਤਾਰ ਲੱਗੀ ਹੈ ਜਿਹਨੂੰ ਫੈਂਸਿੰਗ ਕਿਹਾ ਜਾਂਦਾ ਜੀ, ਤੇ ਥਰੂ ਆਊਟ ਇੰਡੀਆ ਲੱਗੀ ਹੈ।
ਉਹਦੀ ਜਿਹੜੀ ਸਿਕਿਉਰਿਟੀ ਦਾ ਕੰਮ ਆ ਉਹ BSF ਦੇ ਕੋਲੇ ਬਾਰਡਰ ਸਿਕਿਉਰਿਟੀ ਫੋਰਸ ਉਹਦਾ ਨਾਂ ਦਿੱਤਾ ਗਿਆ। ਉਹਨੂੰ ਆਮ ਪੁਲਿਸ ਦਾ ਦਰਜਾ ਨਹੀਂ ਦਿੱਤਾ ਗਿਆ। ਆਰਮੀ ਤੋਂ ਬਾਅਦ ਜੇ ਕੋਈ ਬਾਰਡਰ ਦੀ ਸੁਰੱਖਿਆ ਕਰਦੀ ਆ, ਸਿਕਿਉਰਿਟੀ ਕਰਦੀ ਆ, ਤੇ ਉਹ BSF ਔਰ ਆਰਮੀ ਕੰਬਾਈਨਡ ਇਸ ਵੇਲੇ ਬਾਰਡਰ ਨੂੰ ਪ੍ਰੋਟੈਕਟ ਕਰ ਰਹੇ ਨੇ। ਜਿਹੜੇ ਨੋ ਮੈਨ ਲੈਂਡ ਜਾਂ ਉਹ ਜਿੱਥੇ ਫੈਂਸਿੰਗ ਲੱਗੀ ਆ ਉਹਦੇ ਉੱਪਰ ਫਲੱਡ ਲਾਈਟਸ ਔਰ ਗੇਟ ਲੱਗੇ ਨੇ, ਤੇ ਫਲੱਡ ਲਾਈਟਸ ਇਹੋ ਜਿਹੀਆਂ ਨੇ ਰਾਤ ਕੇ ਉੱਤੇ ਕੀੜੀ ਤੁਰੀ ਜਾਂਦੀ ਵੀ ਦਿਸਦੀ ਆ। ਪਰ ਬਦਕਿਸਮਤੀ ਦੇ ਨਾਲ ਜੀ ਆਪਾਂ ਜਦੋਂ ਵੀ ਅੱਜ ਤੱਕ ਦੇਖਿਆ ਕਿ ਉਹਦੇ ਵਿੱਚ ਇਹ ਦੇਖਿਆ ਟਿਫਨ ਬੰਬ ਆ ਰਹੇ ਨੇ ਪਾਕਿਸਤਾਨ ਤੋਂ, ਜੀ ਹੈਰੋਇਨ ਆ ਰਹੀ ਆ, ਵੈਪਨਸ ਆ ਰਹੇ ਨੇ, ਡਰੋਨ ਆ ਰਹੇ ਨੇ। ਮੈਂ ਇਸ ਚੀਜ਼ ਕਰਕੇ ਡਿਫਰ ਕਰ ਰਹੀ ਹਾਂ ਗਵਰਨਮੈਂਟ ਆਫ ਇੰਡੀਆ ਦੇ ਨਾਲ ਕਿ ਜਿਹੜਾ ਫੈਡਰਲ ਸਟਰਕਚਰ ਆ, ਜੋ ਸਾਡਾ ਸੰਘੀ ਢਾਂਚਾ, ਉਹਦੇ ਵਿੱਚ ਇਹ ਜਾਣ ਬੁੱਝ ਕੇ ਉਹਦੇ 'ਚ ਐਂਟਰ ਕਰਨਾ ਚਾਹੁੰਦੇ ਨੇ ਔਰ ਅਨਸੀਨ, ਜਿਹਨੂੰ ਅਨਕਾਲ ਜਿਹੜੀ ਆ ਇਹ ਐਮਰਜੈਂਸੀ ਲਾਉਣੀ ਚਾਹੁੰਦੇ ਨੇ। ਦੂਸਰੀ ਚੀਜ਼ ਜਿਹੜਾ ਨਾਲ ਆਖਿਆ ਕਿ ਪੂਰੇ ਬਾਰਡਰ ਦੇ ਉੱਪਰ ਕੀਤੀ ਜਾਏਗੀ, ਰਾਜਸਥਾਨ, ਵੈਸਟ ਬੰਗਾਲ ਔਰ ਗੁਜਰਾਤ ਦਾ ਤੁਸੀਂ ਯਾਦਵਿੰਦਰ ਤੇਰੇ 'ਚ ਹਿੰਮਤ ਹੈਗੀ ਆ, ਕਿਸੇ ਦਿਨ ਜਾ ਕੇ ਗੁਜਰਾਤ ਤੇ ਰਾਜਸਥਾਨ 'ਚ ਜਾ ਕੇ ਦੇਖੋ ਕਿ ਉੱਥੇ ਪਿੰਡ ਵੀ ਕੋਈ ਹੈਗਾ 50 ਕਿਲੋਮੀਟਰ ਤੱਕ, ਉੱਥੇ ਜਾਨਵਰ ਵੀ ਹੈ ਨਹੀਂ। ਹਾਂ ਬਿਲਕੁਲ, ਜਿਨ੍ਹਾਂ ਦੀ ਇਹਨਾਂ ਗੱਲ ਕੀਤੀ ਕਿ ਅਸੀਂ 50 ਕਿਲੋਮੀਟਰ ਅੰਦਰ ਜਾ ਕੇ ਕਿਸੇ ਪਿੰਡ ਦੇ ਵਿੱਚ ਵੀ ਜਾਂ ਕਿਸੇ ਸ਼ਹਿਰ ਦੇ ਵਿੱਚ ਐਂਟਰ ਕਰ ਸਕਦੇ ਹਾਂ। ਤੇ ਜੇ ਆਪਾਂ 50 ਕਿਲੋਮੀਟਰ ਡੇਰਾ ਬਾਬਾ ਨਾਨਕ ਤੋਂ ਲਈਏ, ਬਟਾਲਾ ਵੀ ਆਉਂਦਾ, ਗੁਰਦਾਸਪੁਰ ਸ਼ਹਿਰ ਵੀ ਆਉਂਦਾ, ਔਰ ਇੱਥੋਂ ਤੱਕ ਕਿ ਬਾਬਾ ਬਕਾਲਾ ਤੱਕ, ਮਹਿਤਾ ਚੌਂਕ ਤੱਕ ਇਹ ਜਿਹੜਾ ਸਾਰਾ ਏਰੀਆ ਕਵਰ ਕੀਤਾ ਜਾਏਗਾ। ਇਹਦਾ ਮਤਲਬ ਅੰਮ੍ਰਿਤਸਰ ਔਰ ਗੁਰਦਾਸਪੁਰ ਦਾ ਜਿਹੜਾ ਡਿਸਟ੍ਰਿਕਟ ਆ, ਗੁਰਦਾਸਪੁਰ ਡਿਸਟ੍ਰਿਕਟ ਦੇ ਤਕਰੀਬਨ ਪੂਰੇ ਦਾ ਪੂਰਾ ਹੀ ਇਹਦੇ 'ਚ ਕਵਰ ਹੁੰਦਾ, ਤੇ 50% ਅੰਮ੍ਰਿਤਸਰ ਵੀ ਜਿਹੜਾ ਉਹਦੇ 'ਚ ਆ ਜਾਂਦਾ। ਤੇ ਜੇ ਦੂਸਰੀ ਸਾਈਡ ਤੋਂ ਅੰਮ੍ਰਿਤਸਰ ਤੋਂ ਕਰੀਏ, ਫਿਰੋਜ਼ਪੁਰ ਕਰੀਏ, ਇਹ 50% ਪੰਜਾਬ ਜਿਹੜਾ ਇਹਦੇ ਵਿੱਚ ਲੈ ਕੇ ਇਹਨਾਂ ਨੇ ਕਵਰ ਕੀਤਾ। ਬੜੀ ਬਦਕਿਸਮਤੀ ਆ, ਮੈਨੂੰ ਇਹਨਾਂ ਨੂੰ ਕਹਿਣਾ ਪੈ ਰਿਹਾ ਕਿ ਟੈਰਰਿਜ਼ਮ ਦੇ ਟਾਈਮ ਦੇ ਵਿੱਚ ਇਹੀ ਪੰਜਾਬ ਪੁਲਿਸ ਜਿਹਨੇ ਇੰਨਾ ਜ਼ਬਰਦਸਤ ਤਰੀਕੇ ਦੇ ਨਾਲ ਪੰਜਾਬ 'ਚ ਅੱਤਵਾਦ ਨੂੰ ਟੈਕਲ ਕੀਤਾ ਔਰ ਖਤਮ ਕੀਤਾ। ਤੇ ਮੈਂ ਕੇਂਦਰ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ J&K 'ਚ ਤੁਹਾਨੂੰ 7 ਸਾਲ ਹੋ ਗਏ ਨੇ, ਉੱਥੇ ਤੇ ਤੁਸੀਂ ਕੁਝ ਕਰ ਨਹੀਂ ਸਕੇ। ਉੱਥੇ ਪੈਰਾਮਿਲਟਰੀ ਫੋਰਸਿਸ ਸਾਰੀਆਂ ਦੀਆਂ ਸਾਰੀਆਂ ਬਿਠਾਈਆਂ, ਤੁਸੀਂ ਉੱਥੇ ਸਰਚ ਨਹੀਂ, ਤੁਸੀਂ ਉੱਥੇ ਹਰ ਕਾਨੂੰਨ ਲਾਗੂ ਕਰ ਦਿੱਤਾ। ਤੇ ਪਹਿਲਾਂ ਉਹਨੂੰ ਤੇ ਇੱਕ ਸਕਸੈਸਫੁਲ ਇੱਕ ਮਾਡਲ ਬਣਾ ਲਓ, ਤੇ ਫਿਰ ਪੂਰੇ ਹਿੰਦੁਸਤਾਨ ਦੇ ਵਿੱਚ ਇਹੋ ਜਿਹੀ ਅਨਾਰਕੀ ਫੈਲਾਉਣ ਦੀ, ਮੈਂ ਅਨਾਰਕੀ ਕਹਿ ਰਿਹਾ, ਅਨਾਰਕੀ ਫੈਲਾਉਣ ਦੀ ਕੋਸ਼ਿਸ਼ ਨਾ ਕਰੋ। ਮੈਂ ਕੱਲ ਪੂਰਾ ਦਿਨ ਆਪਣੇ ਇਲਾਕੇ 'ਚ ਫਿਰਦਾ ਰਿਹਾ, ਲੋਕਾਂ ਦੇ ਮਨ ਦੇ ਵਿੱਚ ਸਹਿਮ ਹੈ। ਕਹਿੰਦੇ ਜੀ ਕਿ ਉਹਦੇ ਤੋਂ ਤਾਰ ਤੋਂ ਪਾਰ ਜਾਣ ਲਈ ਮੈਂ ਐਜ਼ ਏ ਮਿਨਿਸਟਰ, ਅੱਜ ਤੁਸੀਂ ਕਿਸੇ ਦਿਨ ਮੇਰੇ ਕੋਲ ਆ ਜਿਓ, ਮੈਂ ਤੁਹਾਨੂੰ ਲੈ ਕੇ ਜਾਵਾਂਗਾ। ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਕਿ ਬਾਰਡਰ ਤੇ ਆ ਜਾਓ, ਇੱਥੇ ਦੋਨੋਂ ਇਕੱਠੇ ਜਾ ਕੇ ਇਹਦੀ ਆਪਾਂ ਕੋਈ ਉੱਤੇ ਬਾਰਡਰ ਦੀ ਜਿਹੜੀ ਆ ਜ਼ੀਰੋ ਲਾਈਨ ਤੇ ਜਾ ਕੇ ਉੱਥੇ ਕਰਨੀ ਚਾਹੀਦੀ ਆ। ਸੁਖਜਿੰਦਰ ਸਿੰਘ ਰੰਧਾਵਾ ਐਜ਼ ਏ ਹੋਮ ਮਿਨਿਸਟਰ ਉਹ ਚਾਹਵੇ ਕਿ ਉਹ ਜਿਹੜੀ ਤਾਰ ਲੱਗੀ ਆ ਉਹਦੇ ਅਗਲੇ ਪਾਸੇ ਜਾਣਾ ਚਾਹੁੰਦਾ। ਮੇਰਾ ਮੋਬਾਈਲ ਵੀ ਔਰ ਮੇਰੇ ਗਨਮੈਨ ਵੀ ਉੱਥੇ ਖੜੇ ਕਰ ਦਿੱਤੇ ਜਾਣਗੇ, ਮੈਂ ਸਿਰਫ ਉੱਥੇ ਇਕੱਲਾ ਜਾ ਸਕਦਾ। BSF ਦੇ ਕਮਾਂਡੈਂਟ ਕੋਲ ਪੰਜਾਬ ਦੇ ਹੋਮ ਮਿਨਿਸਟਰ, ਪੰਜਾਬ ਦੇ ਡਿਪਟੀ ਚੀਫ ਮਿਨਿਸਟਰ ਨੂੰ ਪਰਮਿਸ਼ਨ ਲੈਣੀ ਪਏਗੀ ਕਿ ਮੈਂ ਉੱਥੇ ਜਾਣਾ ਚਾਹੁੰਦਾ ਅਗਲੇ ਪਾਸੇ ਤਾਰਾਂ ਦੇਖਣ ਲਈ, ਕਿਉਂਕਿ ਮੇਰੇ ਇਲਾਕੇ ਦੇ ਵਿੱਚ ਚੰਦੂ ਵਡਾਲਾ ਪਿੰਡ ਆ, ਉਹਦੇ ਰਾਵੀ ਦਰਿਆ ਨੇ ਕਾਫੀ ਕੱਟ ਲਾ ਦਿੱਤਾ ਸੀ, ਤੇ ਉੱਥੇ ਮੈਂ ਸਪਰ ਬਣਾਉਣੇ ਸੀ। ਤੇ ਮੈਂ 3 ਵਾਰੀ ਗਿਆ, 3 ਵਾਰੀ ਮੈਨੂੰ ਉੱਥੇ ਜਾ ਕੇ ਸਿਰਫ ਲਿਮਟਿਡ ਬੰਦੇ ਤੇ BSF ਮੇਰੇ ਨਾਲ ਜਾ ਸਕਦੀ ਸੀ, ਜਾਂ ਡਰੇਨੇਜ ਡਿਪਾਰਟਮੈਂਟ ਦੇ ਬੰਦੇ। ਜਿੱਥੇ ਇੰਨਾ ਕੁਝ ਕਰਨ ਦੇ ਬਾਵਜੂਦ ਤੇ ਇਹ ਬਾਰਡਰ ਤੇ ਸੀਲ ਨਹੀਂ ਕਰ ਸਕੇ, ਟਿਫਨ ਬੰਬ ਤੇ ਬੰਦ ਕਰ ਨਹੀਂ ਸਕੇ, ਹੈਰੋਇਨ ਬੰਦ ਨਹੀਂ ਕਰ ਸਕੇ, ਡਰੋਨ ਬੰਦ ਨਹੀਂ ਕਰ ਸਕੇ, ਤੇ 50 ਕਿਲੋਮੀਟਰ 'ਚ ਜਾ ਕੇ ਕੀ ਕਰਨਾ ਚਾਹੁੰਦੇ ਆ? ਪਹਿਲੋਂ ਗਵਰਨਮੈਂਟ ਆਫ ਇੰਡੀਆ ਨੂੰ ਇਹਦੇ ਬਾਰੇ ਕਲੀਅਰ ਹੋਣਾ ਪਏਗਾ। ਦੂਸਰੀ ਚੀਜ਼ ਜਿਹੜੀ ਇਹਨਾਂ ਨੇ ਕਹੀ ਆ ਕਿ ਅਸੀਂ ਬਾਰਡਰ ਜਿਹੜਾ 50 ਕਿਲੋਮੀਟਰ ਤੱਕ ਵਧਾ ਰਹੇ ਹਾਂ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ 71 ਦੀ ਜਦੋਂ ਵਾਰ ਲੱਗੀ ਸੀ, ਉਸ ਵੇਲੇ ਇੰਦਰਾ ਗਾਂਧੀ ਨੇ ਪੰਜਾਬ ਦੇ ਕਿਸਾਨਾਂ ਨੂੰ, ਪੰਜਾਬ ਦੇ ਬਾਰਡਰ ਦੇ ਏਰੀਆ ਨੂੰ ਇੱਕ 16 ਕਿਲੋਮੀਟਰ ਦੀ ਪੱਟੀ ਬਣਾ ਕੇ
ਉੱਥੇ ਲੋਕਾਂ ਨੂੰ ਰਿਹੈਬਿਲਿਟੇਟ ਕੀਤਾ, ਉਹਨਾਂ ਦੀ ਰੋਟੀ ਪਾਣੀ, ਉਹਨਾਂ ਦਾ ਰੱਖ ਰਖਾਵ, ਕਿਉਂਕਿ 2 ਲੜਾਈਆਂ ਲੱਗੀਆਂ 65 ਔਰ 71 ਦੀ, ਤੇ ਇਹ 5 ਸਾਲਾਂ 'ਚ ਬਾਰਡਰ ਉਜੜ ਗਿਆ ਸੀ। ਤੇ ਸਾਨੂੰ 2 ਸਾਲ ਤੱਕ ਇੱਥੇ ਪੂਰਾ ਰੋਟੀ ਪਾਣੀ, ਆਪਣੇ ਡੰਗਰਾਂ ਦਾ ਖਰਚਾ, ਖੇਤੀਬਾੜੀ ਕਰਨ ਦਾ ਖਰਚਾ ਗਵਰਨਮੈਂਟ ਆਫ ਇੰਡੀਆ ਨੇ ਪੂਰਾ ਦਿੱਤਾ ਸੀ। ਤੇ ਤੁਸੀਂ ਹੈਰਾਨ ਹੋਵੋਗੇ ਕਿ ਉਹਦੇ ਚੋਂ 80% ਜਿਹੜੀ ਪੂਰੇ ਹਿੰਦੁਸਤਾਨ ਦੀ ਕੰਪਨਸੇਸ਼ਨ ਸੀਗੀ ਉਹ ਕੱਲੀ ਪੰਜਾਬ ਨੂੰ ਮਿਲੀ ਸੀ, ਕਿਉਂਕਿ ਪੰਜਾਬ ਦਾ ਅਖੀਰਲੇ ਏਕੜ ਤੱਕ ਵਾਹੀਯੋਗ ਸੀਗੀ। ਤੇ ਉਹ 16 ਕਿਲੋਮੀਟਰ ਇਸ ਕਰਕੇ ਰੱਖੀ ਕਿ ਜਿਹੜੀ ਤੋਪ ਦਾ ਗੋਲਾ ਸੀ, ਲਾਸਟ ਜਾ ਕੇ ਤੋਪ ਦਾ ਗੋਲਾ 16 ਕਿਲੋਮੀਟਰ ਤੇ ਡਿੱਗਿਆ ਸੀ, ਤੇ ਉਸ ਵੇਲੇ ਦੀ ਗਵਰਨਮੈਂਟ ਨੇ 16 ਕਿਲੋਮੀਟਰ ਤੱਕ ਇਹਨਾਂ ਨੂੰ ਰਿਹੈਬਿਲਿਟੇਟ ਕਰਨ ਦੀ ਮੁਆਵਜ਼ਾ ਦਿੰਦੇ। ਬਿਲਕੁਲ ਰੰਧਾਵਾ ਸਾਹਿਬ, ਉਧਰਲੇ ਪਾਸੇ ਵੀ ਆਉਂਦੇ ਆਗੇ, ਇਹ ਕੀ ਕਾਰਨ ਆ ਕਿ ਤੁਹਾਡੀ ਹੀ ਪਾਰਟੀ ਜੋ, ਜਿਵੇਂ ਸੁਨੀਲ ਜਾਖੜ ਨੇ ਕਾਫੀ ਤਿੱਖਾ ਹਮਲਾ ਕੀਤਾ ਹੈ CM ਦੇ ਉੱਤੇ, ਤੁਹਾਡੇ ਤੋਂ ਉਹਨਾਂ ਨੇ ਕਿਹਾ ਹੈਗਾ ਕਿ ਤੁਸੀਂ ਮਿਲਣ ਗਏ ਸੀ, ਉਸ ਤੋਂ ਬਾਅਦ ਇਹ ਸਾਰਾ ਕੁਝ ਤੇ ਕਿਸ ਤਰੀਕੇ ਨਾਲ ਅੱਧਾ ਪੰਜਾਬ ਚਲਾ ਗਿਆ, ਡਿਫਰੈਂਸ ਪਾਰਟੀ 'ਚ ਵੀ ਨੇ। ਮੈਂ ਇਹਦੇ 'ਚ ਬੜਾ ਕਲੀਅਰ ਕੱਟ ਕਹਿਣਾ ਚਾਹੁੰਦਾ, ਮੇਰੇ ਨਾਲ ਜਾਣ ਤੋਂ ਪਹਿਲਾਂ ਚੀਫ ਮਿਨਿਸਟਰ ਸਾਹਿਬ ਨੇ ਮੀਟਿੰਗ ਕੀਤੀ ਸੀ ਕਿ ਤੁਹਾਡੇ ਕੀ ਐਪਰੀਹੈਂਸ਼ਨਸ ਨੇ, ਕੀ ਤੁਸੀਂ ਕਰਨਾ ਚਾਹੁੰਦੇ ਹੋ। ਉਹਦੇ 'ਚ ਮੈਂ ਲਿਖ ਕੇ ਦਿੱਤਾ ਕਿ ਇਹਦੇ 'ਚ ਸਾਨੂੰ ਸਭ ਤੋਂ ਪਹਿਲਾਂ ਇੱਕ ਤੇ ਕਰਤਾਰਪੁਰ ਸਾਹਿਬ ਕੋਰੀਡੋਰ ਜਿਹੜਾ ਖੋਲ੍ਹਣ ਦੀ ਮੰਗ ਕਰਨੀ ਚਾਹੀਦੀ ਆ, ਕਿਉਂਕਿ ਜੇ ਇੰਟਰਨੈਸ਼ਨਲ ਫਲਾਈਟਸ ਖੁੱਲ੍ਹ ਗਈਆਂ ਨੇ ਤੇ ਕਿਉਂ ਨਹੀਂ ਅਸੀਂ ਇਹ ਅੱਧੇ ਕਿਲੋਮੀਟਰ ਤੇ ਸਾਨੂੰ 2 ਕਿਲੋਮੀਟਰ ਤੱਕ ਪੈਦਲ ਜਾਣ ਦੀ ਯਾਤਰਾ ਦਾ ਉਹ ਦੇ ਨਹੀਂ ਰਹੇ। ਜੇ ਹਿੰਦੁਸਤਾਨ ਜਾਂ ਪੂਰੇ ਵਰਲਡ ਦੇ ਵਿੱਚ ਇਹ ਖੁੱਲ੍ਹ ਗਿਆ ਤੇ ਇਹ ਲਾਂਘਾ ਸਾਨੂੰ ਮਿਲਣਾ ਚਾਹੀਦਾ। ਦੂਸਰਾ, ਮੈਂ ਉਹਨਾਂ ਨੂੰ ਕਿਹਾ ਸੀ ਕਿ ਜਿਹੜੀ ਹਰ ਰੋਜ਼ ਇਹ ਚੀਜ਼ ਆਉਂਦੀ ਹੈ, ਕਿਉਂਕਿ ਇੰਟਰਨਲ ਜਿਹੜੀ ਸਿਕਿਉਰਿਟੀ ਆ ਜਾਂ ਸਾਡੇ ਕੋਲ ਕਾਊਂਟਰ ਇੰਟੈਲੀਜੈਂਸ, ਉਹਦੀਆਂ ਜਿਹੜੀਆਂ ਰਿਪੋਰਟਸ ਨੇ ਉਹ ਮੈਂ ਸਾਰੀਆਂ ਪੜ੍ਹੀਆਂ, ਉਹਦੇ ਮੈਂ ਪੇਪਰ ਵੀ ਦਿੱਤੇ ਚੀਫ ਮਿਨਿਸਟਰ ਸਾਹਿਬ ਨੂੰ। ਇਹ ਕਿਹਾ ਕਿ ਉਹਨਾਂ ਨੂੰ ਕਹੋ ਕਿ ਬਾਰਡਰ ਨੂੰ ਸਟ੍ਰੈਂਥਨ ਕੀਤਾ ਜੀ, ਇਹਨੂੰ ਡਾਇਵਰਟ ਨਹੀਂ ਗੱਲ ਨੂੰ ਸਾਨੂੰ ਕਰਨਾ ਚਾਹੀਦਾ। ਕੈਪਟਨ ਸਾਹਿਬ ਵੀ ਕਹਿੰਦੇ ਰਹੇ ਨੇ, ਜਾਖੜ ਸਾਹਿਬ ਵੀ ਕਹਿੰਦੇ ਰਹੇ ਨੇ ਕਿ ਜਿਹੜੀ ਬਾਰਡਰ ਦੀ ਇਹਨਾਂ ਦਾ ਆਪਣਾ ਇਲਾਕਾ, ਜਾਖੜ ਸਾਹਿਬ ਦਾ ਅਬੋਹਰ ਦਾ, ਫਾਜ਼ਿਲਕਾ, ਜਲਾਲਾਬਾਦ ਅਪ ਟੂ ਉੱਥੇ ਫਿਰੋਜ਼ਪੁਰ, ਇਹ ਜਿਹੜਾ ਸਾਰੇ ਮੈਂ ਤਾਂ ਕਹਿ ਰਿਹਾ, ਇੱਥੇ ਸਾਨੂੰ ਇਹ ਇਸ ਲਈ ਕਹੀ ਗਈ ਸੀ ਗੱਲ ਕਿ ਜਿਹੜੀ ਡਰੋਨ ਆ ਰਹੇ ਨੇ, ਜਿਹੜੇ ਟਿਫਨ ਬੰਬ ਆ ਰਹੇ ਨੇ, ਹੈਰੋਨ ਆ ਰਹੀ ਆ, ਇਹਦੇ 'ਚ ਇਹਨਾਂ ਨੂੰ ਕਿਹਾ ਸੀ ਕਿ ਉਹਨਾਂ ਨੂੰ ਕਹੋ ਕਿ BSF ਦੀ ਉੱਥੇ ਨਫਰੀ ਵਧਾਉਣ, ਉੱਥੇ ਡਿਪਲੋਇਮੈਂਟ ਵਧਾਉਣ, ਤਾਂ ਕਿ ਜਿਹੜੀ ਰਾਤ ਨੂੰ ਜਾਂ ਕੋਈ ਇਹ ਕਹਿੰਦੇ ਕਿ ਸਵੇਰ ਵੇਲੇ ਆ, ਉੱਥੇ ਇਹੋ ਜਿਹਾ ਕਰ ਦਿਓ ਕਿ ਪਾਕਿਸਤਾਨ ਦੀ ਜਿਹੜੀ ਨਾਪਾਕ ਜਾਂ ਜਿਹੜੇ ਉਹ ਕਰਨਾ ਚਾਹੁੰਦੇ ਪੰਜਾਬ 'ਚ ਕੋਈ ਡਿਸਟਰਬ ਕਰਨਾ ਚਾਹੁੰਦੇ ਆ, ਅਨਰੈਸਟ ਕਰਨਾ ਚਾਹੁੰਦੇ ਆ, ਉਹਨਾਂ ਚੀਜ਼ਾਂ ਨੂੰ ਠੋਕ ਕੇ ਰੋਕਿਆ ਜਾਏ। ਕੀ ਫਿਰ ਤੁਹਾਨੂੰ ਕੀ ਲੱਗਦਾ ਜਾਖੜ ਹੋਰਾਂ ਦਾ ਬਿਆਨ, ਤੁਸੀਂ ਜਾਖੜ ਹੋਰਾਂ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਕਾਫੀ ਤਿੱਖਾ ਬਿਆਨ ਆ ਉਹਨਾਂ ਦਾ, ਹਮੇਸ਼ਾ ਨਾਲ ਮੁਲਾਕਾਤ। ਸਾਹਿਬ ਦੇ ਬਿਆਨ ਵੇਖੋ, ਜਾਖੜ ਸਾਹਿਬ ਦੀ ਨੈਸ਼ਨੈਲਿਟੀ, ਉਹਨਾਂ ਦੀ ਇੰਟੈਗ੍ਰਿਟੀ ਉੱਤੇ ਮੈਂ ਕਦੀ ਡਾਊਟ ਨਹੀਂ ਕਰ ਸਕਦਾ, ਪਰ ਮੇਰਾ ਖਿਆਲ ਹੈ ਕਿ ਉਹਨਾਂ ਨੇ ਇਹ ਚੀਜ਼ ਨੂੰ ਹੋਰ ਚੀਜ਼ ਨਾਲ ਸੋਚ ਲਿਆ। ਕਦੀ ਵੀ, ਮੈਂ ਵੀ ਅੱਜ ਬਿਆਨ ਦੇ ਰਿਹਾ, ਮੈਂ ਬੇਨਤੀ ਵੀ ਕਰਦਾ ਜਾਖੜ ਸਾਹਿਬ ਨੂੰ ਕਿ ਜਾਖੜ ਸਾਹਿਬ ਮੇਰੇ ਨਾਲ ਐਗਰੀ ਵੀ ਕਰਨਗੇ ਕਿ ਮੈਂ ਅੱਜ ਐਜ ਏ ਹੋਮ ਮਿਨਿਸਟਰ ਇਹ ਸਟੇਟਮੈਂਟ ਦੇ ਰਿਹਾ ਕਿ ਜਿਹੜੀ ਬਾਰਡਰ ਦੇ ਉੱਤੇ BSF ਬੈਠੀ ਆ, ਜਿਹੜੀ ਫੈਂਸਿੰਗ ਦੇ ਉੱਤੇ, ਤਾਰਾਂ ਦੇ ਉੱਤੇ ਬੈਠੀ ਆ, ਵੇਖੋ ਤਾਰ ਜਿਹੜੀ ਲੱਗੀ ਆ ਉਹਦੇ ਵਿੱਚ ਰਾਤ ਨੂੰ ਕਰੰਟ ਛੱਡ ਦਿੱਤਾ ਜਾਂਦਾ, ਬਿਜਲੀ ਦਾ ਕਰੰਟ ਦਿੱਤਾ ਜਾਂਦਾ, ਤੇ ਫਿਰ ਵੀ ਜਿਹੜੀਆਂ ਚੀਜ਼ਾਂ ਆਉਂਦੀਆਂ ਨੇ ਕਿਹਦਾ ਕਸੂਰ ਆ? ਪਹਿਲਾਂ ਗਵਰਨਮੈਂਟ ਆਫ ਇੰਡੀਆ ਨੂੰ ਉਹਨੂੰ ਸਟਰੈਂਥਨ ਕਰਨਾ ਚਾਹੀਦਾ, ਉਹਦੀ ਸਿਕਿਉਰਿਟੀ ਵਧਾਉਣੀ ਚਾਹੀਦੀ ਹੈ, ਤਾਂ ਕਿ ਬਾਰਡਰ ਦੇ ਤੋਂ ਕੋਈ ਗਲਤ ਚੀਜ਼ ਜਿਹੜੀ ਇੰਡੀਆ 'ਚ ਐਂਟਰ ਨਾ ਕਰ ਸਕੇ। ਬਾਰਡਰ ਨੂੰ ਤੇ ਆਪਾਂ ਕਰਨਾ ਨਹੀਂ ਚਾਹੁੰਦੇ, ਤੇ ਕਹਿੰਦੇ 50 ਕਿਲੋਮੀਟਰ ਤੱਕ ਜਾ ਕੇ ਅਸੀਂ ਜਿਹੜੀ ਸਰਚ ਕਰਾਂਗੇ, ਚੈਕਿੰਗ ਕਰਾਂਗੇ, ਕੇਸ ਬਣਾਵਾਂਗੇ। ਉਹ ਪਹਿਲਾਂ ਬਾਰਡਰ ਨੂੰ ਤੇ ਠੀਕ ਕਰ ਲਓ, ਆਪਣੇ ਨੂੰ ਤੇ ਠੀਕ ਕਰ ਲਓ, ਕਿ ਜਿਹੜੇ ਸਿਕਿਉਰਿਟੀ ਦੇ ਹੋਣ ਦੇ ਬਾਵਜੂਦ ਡਰੋਨ ਆ ਰਹੇ ਉਹਨਾਂ ਤੇ ਐਕਸ਼ਨ ਕਰ ਲਓ। ਪਰ ਤੁਹਾਨੂੰ ਲੱਗਦਾ ਕਿ ਇਹਦਾ ਫਾਇਦਾ ਉਠਾ ਲਿਆ ਇਸ ਮੀਟਿੰਗ ਦਾ? ਜਿਹੜੀ ਵੈਸੇ ਤਾਂ ਫਾਰਮਲ ਮੀਟਿੰਗ ਹੁੰਦੀਆਂ ਨੇ, ਪਹਿਲਾਂ ਵੀ ਕੈਪਟਨ ਵੀ ਜਾਂਦੇ ਰਹੇ ਨੇ, ਹੋਰ CM ਵੀ ਜਾਂਦੇ ਨੇ, ਪਰ ਤੁਹਾਨੂੰ ਲੱਗਦਾ ਕਿ ਇਹਦਾ ਨਜਾਇਜ਼ ਫਾਇਦਾ ਕੇਂਦਰ ਨੇ ਇਹਦਾ ਫਾਇਦਾ ਉਠਾ ਲਿਆ? ਤੁਸੀਂ ਗਏ ਨਾਲ ਦੀ ਨਾਲੇ ਉਹਨਾਂ ਨੇ ਹੁਕਮ ਸੁਣਾਤਾ? ਇਹ ਇੱਕ ਦਿਨ ਦੀ ਐਕਸਰਸਾਈਜ਼ ਨਹੀਂ, ਇੱਕ ਦਿਨ ਦੀ ਐਕਸਰਸਾਈਜ਼ ਨਹੀਂ ਹੁੰਦੀ ਕਿ ਅਜਾਇ ਚੀਫ ਮਿਨਿਸਟਰ ਦੇ ਜਾ ਕੇ ਜਾਂਦੇ ਅਨਾਉਂਸ ਕਰ ਦਿੱਤਾ ਜਾਏ। ਇੱਕ ਦਿਨ ਦੀ ਨਹੀਂ, ਜਦੋਂ ਕਿਤੇ ਫਾਈਲਾਂ ਦਾ ਕੋਈ RTI 'ਚ ਕੋਈ ਦੇ ਦੇਣ ਤੇ ਉਹਨਾਂ ਫਾਈਲਾਂ ਨੂੰ ਚੈੱਕ ਕਰਨਾ ਪਏਗਾ। ਇੱਕ ਦਿਨ ਦੀ ਸਟੇਟਮੈਂਟ ਮੈਂ ਤੇ ਤੁਹਾਡੇ ਨਾਲ ਅੱਜ ਦੇ ਰਿਹਾ ਸਟੇਟਮੈਂਟ ਕਿ ਬਾਰਡਰ ਜਿਹੜਾ ਸੀਲ ਹੋਣਾ ਚਾਹੀਦਾ। ਕਿਉਂ ਹਰ ਰੋਜ਼ ਸਾਡੇ ਲਈ ਬਾਰਡਰ ਦੇ ਉੱਤੇ ਹਰ ਰੋਜ਼ ਕਿਉਂ ਰੈੱਡ ਅਲਰਟ ਆਉਂਦਾ? ਕਿਉਂ ਲੋਕਾਂ ਦੀ ਜਾਨ ਜੋਖਮ 'ਚ ਪਾਈ ਹੈ? ਕਿਉਂ ਸਵੇਰੇ 8 ਵਜੇ ਖੁੱਲਦਾ ਗੇਟ ਖੁੱਲਦਾ ਤੇ ਸ਼ਾਮੀ 5 ਵਜੇ ਬੰਦ ਹੋ ਜਾਂਦਾ? ਉਹਨੂੰ ਤੇ ਗਵਰਨਮੈਂਟ ਆਫ ਇੰਡੀਆ ਟੇਕ ਅਪ ਨਹੀਂ ਕਰਨਾ ਚਾਹੁੰਦੀ। ਤੇ 50 ਕਿਲੋਮੀਟਰ ਤੱਕ ਲੋਕਾਂ ਦੀ ਜਿਹੜੀ ਹੈ ਕਿ ਸਾਡੀ ਦੇਸ਼ ਭਗਤੀ ਤੇ ਇਹਨਾਂ ਸਵਾਲ ਖੜਾ ਕਰ ਦਿੱਤਾ ਕਿ ਪੰਜਾਬੀ ਜਿਹੜੇ ਨੇ ਜਰਾਇਮ ਪੇਸ਼ਾ ਨੇ,
ਅਸੀਂ ਜਰਾਇਮ ਪੇਸ਼ਾ ਨਹੀਂ, ਅਸੀਂ ਦੇਸ਼ ਭਗਤ ਹਾਂ। ਦੇਸ਼ ਭਗਤੀ ਦੇ ਵਿੱਚ ਸਭ ਤੋਂ ਵੱਧ ਬੀਜੇਪੀ ਤੋਂ ਵੱਧ ਜੇ ਕਿਸੇ ਦਾ ਕੋਈ ਰੋਲ ਹੈਗਾ ਤੇ ਕਾਂਗਰਸ ਪਾਰਟੀ ਔਰ ਪੰਜਾਬੀਆਂ ਦਾ ਰੋਲ ਆ। ਕੈਪਟਨ ਅਮਰਿੰਦਰ ਸਿੰਘ ਕਿਉਂ ਫਿਰ ਕੈਪਟਨ ਅਮਰਿੰਦਰ ਸਿੰਘ ਤੇ ਵੈਲਕਮ ਕਰ ਰਹੇ ਨੇ? ਮੈਨੂੰ ਉਹਨਾਂ ਦੇ ਨਾਂ ਤੇ ਜਾਣਨ ਥੋੜਾ ਜਿਹਾ ਤੇਰੀ ਗੱਲ ਨੂੰ ਕੱਟ ਕੇ ਜਲਦੀ ਜਵਾਬ ਦੇਣ ਲੱਗਾ। ਮੈਨੂੰ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਤੇ ਬਹੁਤ ਵੱਡਾ ਅਫਸੋਸ ਹੋਇਆ। ਮੈਂ ਉਹਨਾਂ ਦੀ ਇੰਟੈਗ੍ਰਿਟੀ, ਉਹਨਾਂ ਦੀ ਨੈਸ਼ਨੈਲਿਟੀ ਔਰ 65 ਦੀ ਵਾਰ ਦੇ ਵਿੱਚ ਜੋ ਉਹਨਾਂ ਨੇ ਕੰਮ ਕੀਤਾ, ਅੱਜ ਉਹਨਾਂ ਸਟੇਟਮੈਂਟ ਦੇ ਕੇ ਪੰਜਾਬ ਦੇ ਪੰਜਾਬੀਆਂ ਦੀ ਪਿੱਠ 'ਚ ਛੁਰਾ ਮਾਰਿਆ। ਇਹਦਾ ਮਤਲਬ ਕੈਪਟਨ ਸਾਹਿਬ ਇੰਨੀ ਦੇਰ ਇਹ ਗੱਲ ਕਰਦੇ ਰਹੇ ਨੇ ਕਿ ਉੱਥੇ ਜਾ ਕੇ ਜਿਹੜਾ ਸਿਕਿਉਰਿਟੀ ਦਾ ਇੰਨਾ ਰੌਲਾ ਪਾਉਂਦੇ ਰਹੇ ਨੇ ਜਿੰਨਾ ਚਿਰ ਚੀਫ ਮਿਨਿਸਟਰ ਰਹੇ ਨੇ। ਕਿਉਂ ਇਹਨਾਂ ਨੂੰ ਲੋੜ ਸੀ ਇੱਥੇ ਕਹਿਣ ਦੀ ਕਿ ਪੰਜਾਬ ਜਿਹੜਾ ਅਨਰੈਸਟ ਹੈ, ਜਿੱਦਣ ਇਹਨਾਂ ਦੀ ਸਰਕਾਰ ਨੂੰ ਅਸੀਂ ਜਦੋਂ ਅਗੇਂਸਟ ਤੁਰ ਪਏ ਹਾਂ ਤੇ ਉਹਦੇ ਬਾਅਦ ਸਿਕਿਉਰਿਟੀ ਚੱਲ ਪਈ। ਇੰਨਾ ਚਿਰ ਸਿਕਿਉਰਿਟੀ ਦਾ ਕਿਉਂ ਨਹੀਂ ਕੀਤਾ? ਮੈਂ ਇੱਥੇ ਮੇਰੇ ਨਾਲ ਆਏ ਨੇ ਜਦੋਂ ਪਿੱਛੇ ਬਾਰਡਰ ਸੀਲ ਕਰ ਦਿੱਤੇ ਕਿ ਬਾਰਡਰ ਖਾਲੀ ਕਰ ਦਿੱਤੋ, ਤੇ ਮੈਂ ਤੇ ਕੈਪਟਨ ਸਾਹਿਬ ਆਏ ਉੱਥੇ ਆਪ ਕਹਿ ਕੇ ਗਏ ਹਰੂਵਾਲ ਪਿੰਡ ਦੇ ਵਿੱਚ। ਹਰੂਵਾਲ ਪਿੰਡ ਮੇਰਾ ਬਾਰਡਰ ਦੇ ਉੱਪਰ ਪਿੰਡ ਆ, ਉੱਥੇ ਉਤਰੇ ਨੇ। ਹਰੂਵਾਲ ਸਕੂਲ 'ਚ ਅਸੀਂ ਖੜੇ ਹਾਂ, ਉੱਥੇ ਇਹਨਾਂ ਨੇ ਕਿਹਾ ਕਿ ਪੰਜਾਬੀਓ ਕੋਈ ਇੱਥੋਂ ਆਪਣਾ ਸਮਾਨ ਚੁੱਕ ਕੇ ਨਾ ਜਾਇਓ, ਇੱਥੇ ਰਿਓ, ਆਪਣੇ ਘਰਾਂ 'ਚ ਰਿਓ, ਕੇਂਦਰ ਸਰਕਾਰ ਤੁਹਾਨੂੰ ਉਜਾੜਨਾ ਚਾਹੁੰਦੀ ਆ। ਤੇ ਕੈਪਟਨ ਅਮਰਿੰਦਰ ਸਿੰਘ ਆਪਣੇ ਬਿਆਨ ਤੋਂ ਹੀ, ਜਿਸ ਦਿਨ ਚੀਫ ਮਿਨਿਸਟਰੀ ਚਲੀ ਗਈ, ਆਪਣੇ ਬਿਆਨ ਤੋਂ ਹੀ ਬਦਲ ਗਏ। ਬੜੀ ਮੈਨੂੰ ਉੱਤੇ ਅਫਸੋਸ ਆਇਆ। ਕਿਉਂ ਆਇਆ? ਕਿਉਂ ਆਇਆ ਇਹ ਜਿਹਾ ਬਿਆਨ? ਤੁਸੀਂ ਕੀ ਮੰਨਦੇ? ਨਹੀਂ, ਬਿਆਨ ਕਿਉਂ ਆਇਆ? ਮੈਂ ਇਹ ਬਿਆਨ ਨੂੰ ਇਹ ਮੰਨਦਾ ਕਿ ਚੀਫ ਮਿਨਿਸਟਰੀ ਜਾਣ ਤੋਂ ਬਾਅਦ ਉਹਨਾਂ ਦੇ ਮਨ 'ਚ ਘਬਰਾਹਟ ਆ ਜਾਂ ਰੋਸ ਆ, ਤੇ ਇਹ ਰੋਸ ਜਾਂ ਘਬਰਾਹਟ 9.5 ਸਾਲ ਪੰਜਾਬ ਦਾ ਮੁੱਖ ਮੰਤਰੀ ਰਹਿ ਕੇ ਪੰਜਾਬ ਦੇ ਅਗੇਂਸਟ ਕੋਈ ਇਹਦੀ ਸਟੇਟਮੈਂਟ ਸਾਨੂੰ ਦੇਣੀ ਨਹੀਂ ਚਾਹੀਦੀ। ਜੇ ਕੋਈ ਰੋਸ ਹਾਈ ਕਮਾਂਡ ਨਾਲ ਸ਼ੁਰੂ ਕਰੋ ਸਾਡੇ ਨਾਲ, ਸਾਰਿਆਂ ਨਾਲ ਗੱਲ, ਪਰ ਇਹੋ ਜਿਹੀ ਗੱਲ ਨਹੀਂ ਕਰਦੇ। ਮੈਂ ਤੇ ਤੁਹਾਨੂੰ ਉਹਨਾਂ ਦਾ ਦੇ ਦਿੱਤਾ ਕਿ ਹਰੂਵਾਲ ਦੇ ਵਿੱਚ ਉਹਨਾਂ ਦੀ ਸਟੇਟਮੈਂਟ ਵੀ ਤੁਹਾਨੂੰ ਮੈਂ ਭੇਜ ਦੂੰਗਾ, ਤੇ ਜਿਹੜੀ ਉਹਨੇ ਕਿਹਾ ਕਿ ਪੰਜਾਬੀਓ ਕੇਂਦਰ ਪੰਜਾਬੀਆਂ ਨੂੰ ਉਜਾੜਨਾ ਚਾਹੁੰਦਾ, ਪਰ ਮੈਂ ਬੈਠਾ ਤੁਹਾਡੇ ਤੇ, ਤੁਹਾਨੂੰ ਮੈਂ ਉਜੜ ਨਹੀਂ ਦਾਂਗਾ। ਤੇ ਕੀ ਗੱਲ BSF ਵਾਲੇ ਸਾਨੂੰ ਆਣ ਕੇ ਕੋਈ ਤੋਹਫਾ ਦੇ ਕੇ ਜਾਣ ਲੱਗੇ ਨੇ, ਕੋਈ ਗਿਫਟ ਦੇਣ ਆਉਣ ਲੱਗੇ ਨੇ ਕਿ ਲੋਕਾਂ ਦੇ ਘਰਾਂ 'ਚ ਵੜ ਕੇ ਕੋਈ ਸਰਚ ਕਰ ਸਕਦੇ ਆ, ਕੋਈ ਸੀਜ਼ ਕਰ ਸਕਦੇ ਆ, ਕਿਸੇ ਦੇ ਪਰਚਾ ਦੇ ਸਕਦੇ ਆ। ਇਹ ਕੈਪਟਨ ਸਾਹਿਬ, ਕੈਪਟਨ ਅਮਰਿੰਦਰ ਸਿੰਘ, ਤੁਸੀਂ ਇੱਕ ਗੱਲ ਦੇਖ ਰਹੇ ਹੋ ਰੰਧਾਵਾ ਜੀ, ਜਿਵੇਂ ਬੀਜੇਪੀ ਇੱਕ ਅਲਟਰਾ ਨੈਸ਼ਨਲਿਜ਼ਮ ਦੀ ਪੋਲਿਟਿਕਸ ਕਰਦੀ ਹੈਗੀ, ਕੈਪਟਨ ਅਮਰਿੰਦਰ ਸਿੰਘ ਵੀ ਉਸੇ ਪੇਜ ਦੇ ਉੱਤੇ ਪਹਿਲਾਂ ਵੀ ਸੀ, ਹੋਰ ਜ਼ਿਆਦਾ ਸਰਗਰਮ ਹੋਏ ਨੇ। ਤੁਸੀਂ ਕੋਈ ਇਹੀ ਤੇ ਸਾਡੀ ਲੜਾਈ ਦੇਖ ਰਹੇ ਹੋ? ਤੇ ਸਾਡੀ ਲੜਾਈ ਰਹੀ ਆ, ਇਹੀ ਤੇ ਸਾਡੀ ਲੜਾਈ ਰਹੀ ਆ ਕਿ ਪੰਜਾਬ ਦੀ ਪੋਲਿਟਿਕਸ ਕਰੋ, ਬੀਜੇਪੀ ਦੀ ਪੋਲਿਟਿਕਸ ਨਾ ਕਰੋ, ਗਵਰਨਮੈਂਟ ਆਫ ਇੰਡੀਆ ਦੀ ਪੋਲਿਟਿਕਸ ਨਾ ਕਰੋ, ਆਪਣੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕੰਮ ਕਰੋ। ਅੱਛਾ, ਇਹ ਦੱਸੋ 65 ਇੱਕ ਮਿੰਟ 65 ਦੇ ਵਿੱਚ ਸਭ ਤੋਂ ਵੱਧ ਜੇ ਕੋਈ ਨੁਕਸਾਨ ਹਿੰਦੁਸਤਾਨ 'ਚ ਹੋਇਆ ਤੇ ਉਹ ਪੰਜਾਬ ਦਾ ਹੋਇਆ। 71 ਦੀ ਲੜਾਈ 'ਚ ਜੇ ਕੋਈ ਨੁਕਸਾਨ ਹੋਇਆ ਤੇ ਪੰਜਾਬ ਦਾ ਹੋਇਆ। ਤੇ ਯਾਰ ਅਸੀਂ ਨੁਕਸਾਨ ਕਰਾਉਣ ਲਈ ਬੈਠੇ ਆ। ਜੇ ਹਿੰਦੁਸਤਾਨ ਦੀ ਆਜ਼ਾਦੀ 'ਚ ਨੁਕਸਾਨ ਹੋਇਆ ਉਹ ਪੰਜਾਬੀਆਂ ਦਾ ਹੋਇਆ, ਹਿੰਦੁਸਤਾਨ ਦੀ ਵੰਡ 'ਚ ਨੁਕਸਾਨ ਹੋਇਆ ਉਹ ਪੰਜਾਬੀਆਂ ਦਾ ਹੋਇਆ, ਪੰਜਾਬ ਦਾ ਹੋਇਆ। ਤੇ ਕੀ ਗੱਲ ਅਸੀਂ ਇੱਕ ਦਿਨ ਵੀ ਆਪਣਾ ਸੁੱਖ ਦਾ ਸਾਹ ਨਹੀਂ ਲੈ ਸਕਦੇ? ਬਿਲਕੁਲ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਕਿ ਪੰਜਾਬ ਦੇ ਵਿੱਚ BSF ਆਣ ਕੇ ਇੰਟਰਫੀਅਰੈਂਸ ਕਰੇ ਤੇ ਜਿਹੜੇ ਪੰਜਾਬ ਦੇ ਜਿਹੜੀ ਸਾਡੀ ਪੁਲਿਸ ਆ, ਜਿਹਦਾ ਮਤਲਬ ਪੰਜਾਬ ਪੁਲਿਸ ਬੰਦ ਕਰ ਦਿੱਤੀ ਜਾਏ, ਪੰਜਾਬ ਪੁਲਿਸ ਨੂੰ ਜਿਹੜੀਆਂ ਡੰਡੇ ਹੱਥ 'ਚ ਫੜਾ ਦਿੱਤੇ ਜਾਣ, ਪੰਜਾਬ ਪੁਲਿਸ ਨੂੰ ਇਹ ਕਹਿ ਦਿੱਤਾ ਜਾਏ ਕਿ ਜਿਹੜੇ ਗੈਂਗਸਟਰ ਨੇ ਉਹਨਾਂ ਦਾ ਮੁਕਾਬਲਾ ਤੁਸੀਂ ਨਹੀਂ ਕਰਨਾ, ਪੰਜਾਬ ਦੀ ਜਿਹੜੀ ਲੌਲੈਸਨੈਸ ਹੈ ਉਹਦਾ ਮੁਕਾਬਲਾ, ਲਾਅ ਐਂਡ ਆਰਡਰ ਨੂੰ ਵੇਖਣਾ ਸਾਡਾ ਕੰਮ ਹੈ, ਇਹ ਸਾਡਾ ਪ੍ਰੈਰੋਗੇਟਿਵ ਹੈ। ਇਹ ਗਵਰਨਮੈਂਟ ਆਫ ਇੰਡੀਆ ਸਾਡੇ ਫੈਡਰਲ ਸਟਰਕਚਰ ਦੇ ਵਿੱਚ ਬਿਲਕੁਲ ਦਖਲਅੰਦਾਜ਼ੀ ਨਹੀਂ ਕਰ ਸਕਦੀ। ਇੱਕ ਗੱਲ ਚੱਲ ਰਹੀ ਹੈ ਕਿ ਸ਼ਾਇਦ ਇਹ ਤਾਂ ਅਜੇ ਨਹੀਂ ਰੱਖੀ ਆ, ਅੱਗੇ ਬਹੁਤ ਕੁਝ ਹੋ ਸਕਦਾ। ਕੁਝ ਲੋਕ ਕਹਿੰਦੇ ਆ ਗਵਰਨਰ ਰੂਲ ਲੱਗ ਸਕਦਾ, ਕੁਝ ਲੋਕ ਕਹਿੰਦੇ ਆ ਪੰਜਾਬ ਨੂੰ ਕਸ਼ਮੀਰ ਬਣਾਇਆ ਜਾ ਸਕਦਾ, ਇਸ ਤਰ੍ਹਾਂ ਕਿਹਾ ਜਾ ਰਿਹਾ। ਕੀ ਤੁਸੀਂ ਮੰਨਦੇ ਹੋ ਇਹ ਗੱਲ? ਦੇਖੋ ਜੀ, ਮੈਂ ਇੱਕ ਚੀਜ਼ ਕਹਿ ਦੇਣੀ ਚਾਹੁੰਦਾ, ਸਾਨੂੰ ਗਵਰਨਰ ਰੂਲ ਤੋਂ ਕੋਈ ਡਰ ਨਹੀਂ, ਪਰ ਦੇਸ਼ ਦੀ ਆਜ਼ਾਦੀ ਨੂੰ ਜਿਹੜਾ ਖਤਰਾ ਉਹ ਨਹੀਂ ਅਸੀਂ ਹੁਣ ਦੇਵਾਂਗੇ। ਮੇਰਾ ਜਿੱਥੇ ਮੈਂ ਬੈਠਾ, ਜਿਸ ਥਾਂ ਤੇ ਮੈਂ ਬੈਠਾ, ਉਹ ਸਾਹਮਣੇ ਜਿਹੜਾ ਘਰ ਆ ਇਹ ਸਰਦਾਰ ਲక్ష్మణ ਸਿੰਘ ਤਾਰਵਾਲੀ ਦਾ ਘਰ ਹੈ ਸਾਹਮਣੇ ਮੇਰੇ ਕੋਲ, ਬਿਲਕੁਲ ਮੇਰੀ ਜਿਸ ਥਾਂ ਤੇ ਮੈਂ ਬੈਠਾ, ਅੱਜ ਵੀ ਉਹਦੇ ਘਰ ਦੀ ਬੇਰੀ, ਉਸ ਟਾਈਮ ਦੀ ਬੇਰੀ ਅੱਜ ਵੀ ਉਸ ਘਰ ਦੇ ਵਿੱਚ ਆ। ਮੈਂ ਕਹਿਣੀ ਚਾਹੁੰਦਾ ਕਿ ਅਸੀਂ ਆਪਣੇ ਪੰਜਾਬ ਦੇ ਵੱਲ ਜਿਹੜਾ ਕੋਈ ਉਂਗਲ ਖੜੀ ਕਰੇਗਾ ਉਹਦੀ ਉਂਗਲ ਕੱਟਣ ਤੱਕ ਜਾਵਾਂਗੇ। ਪੰਜਾਬ ਨੂੰ ਕਦੀ ਵੀ ਅਸੀਂ ਜੰਮੂ ਕਸ਼ਮੀਰ ਨਹੀਂ ਬਣ ਦਿਆਂਗੇ। ਤੁਹਾਨੂੰ ਲੱਗਦਾ ਕੋਸ਼ਿਸ਼ ਹੋ ਰਹੀ ਹੈ ਬਣਾਉਣ ਦੀ? ਇਹਦੇ ਤੋਂ ਮੈਂ ਗੱਲ ਕੱਢ ਲੈਣਾ, ਇੱਕ ਮਿੰਟ। ਜੰਮੂ ਕਸ਼ਮੀਰ 'ਚ ਗਵਰਨਮੈਂਟ ਆਫ ਇੰਡੀਆ ਨੇ ਟਿੱਲ ਲਾ ਲਿਆ, ਅੱਜ ਤੱਕ ਇਹਨਾਂ ਕੋਲ ਉੱਥੋਂ ਦਾ ਟੈਰਰਿਜ਼ਮ ਕੰਟਰੋਲ ਨਹੀਂ ਹੋਇਆ, ਇੰਟਰਨੈਟ ਇਹਨਾਂ ਨੇ ਕੱਟ ਦਿੱਤੇ। ਤੇ ਪੰਜਾਬ ਦੇ ਵਿੱਚ ਜਿਸ ਦਿਨ ਪੰਜਾਬ ਦੀ ਪੁਲਿਸ ਨੇ ਮਨ ਬਣਾ ਲਿਆ ਕਿ ਪੰਜਾਬ ਦਾ ਟੈਰਰਿਜ਼ਮ ਖਤਮ ਕਰਨਾ,
ਤੇ ਅਸੀਂ 2 ਸਾਲਾਂ ਦੇ ਵਿੱਚ ਟੈਰਰਿਜ਼ਮ ਖਤਮ ਕਰਤਾ। ਇਹ ਸਾਨੂੰ ਇਹੋ ਜਿਹੀਆਂ ਚੀਜ਼ਾਂ ਕਰਕੇ ਸਾਨੂੰ ਹਤਾਸ਼ ਨਹੀਂ ਕਰ ਸਕਦੇ, ਸਾਡਾ ਮਨੋਬਲ ਨਹੀਂ ਡਿੱਗ ਸਕਦੇ। ਇਹ ਇੱਕ ਚੀਜ਼ ਜ਼ਰੂਰ ਇਹਦੇ 'ਚ ਮੈਂ ਕਹਿਣੀ ਚਾਹੁੰਦਾ, ਤੇ ਮੇਰੇ ਜਿਹੜੇ ਕਿਸਾਨ ਭਰਾ ਬੈਠੇ ਨੇ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਪੰਜਾਬ ਦਾ ਨੁਕਸਾਨ ਹੋਰ ਵੱਧ ਕਰੇਗੀ ਗਵਰਨਮੈਂਟ ਆਫ ਇੰਡੀਆ। ਉਹ ਪੰਜਾਬ ਦੇ ਕਿਸਾਨਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਨੇ ਕਿ ਤੁਸੀਂ ਅੰਨਦਾਤਾ ਬਣੇ ਫਿਰਦੇ ਸੀ, ਤੁਹਾਨੂੰ ਭਿਖਾਰੀ ਬਣਾਵਾਂਗੇ। ਇੱਕ ਅੱਜ ਦੀ ਮੇਰੀ ਡੇਟ ਨੋਟ ਕਰ ਲਓ, ਮੇਰੇ ਖਿਆਲ ਅੱਜ 17 ਜਾਂ 15 ਨੋਟ ਕਰ ਲਓ, ਟਾਈਮ 9:30 ਦਾ ਤੁਸੀਂ ਕਰ ਲਓ। ਪੰਜਾਬ ਨੂੰ ਇਹ ਭਿਖਾਰੀ ਬਣਾਉਣਗੇ, ਇਹ ਗਵਰਨਮੈਂਟ ਭਿਖਾਰੀ ਬਣਾਏਗੀ। ਪੰਜਾਬੀਓ, ਜੇ ਅਸੀਂ ਜਲਿਆਂਵਾਲੇ ਬਾਗ 'ਚ ਨਹੀਂ ਸੀ ਇਹਨਾਂ ਕੋਲ ਡਰੇ, ਜੇ ਅਸੀਂ ਗੁਰੂ ਕਾ ਬਾਗ ਲਾਇਆ, ਜੈਤੋ ਦਾ ਮੋਰਚਾ ਲਾਇਆ, ਅਸੀਂ ਚਾਬੀਆਂ ਦੇ ਮੋਰਚੇ ਲਾਏ, ਅਸੀਂ ਨਨਕਾਣਾ ਸਾਹਿਬ ਆਜ਼ਾਦ ਕਰਵਾਇਆ, ਸਾਨੂੰ ਫਿਰ ਉਹਨਾਂ ਕੁਰਬਾਨੀਆਂ ਲਈ ਤਿਆਰ ਰਹਿਣਾ ਪਏਗਾ। ਤੁਹਾਨੂੰ ਕੀ ਲੱਗਦਾ ਆਉਣ ਵਾਲੇ ਜਿਹੜੇ ਪਿਛਲੇ ਦਿਨਾਂ ਦੇ ਅੰਦਰ ਖਾਸ ਤੌਰ ਤੇ ਕਿਸਾਨ ਅੰਦੋਲਨ ਸੀ, ਉਹਦੇ ਕਰਕੇ ਵੀ ਇਹ ਟਾਰਗੇਟ ਕੀਤਾ ਗਿਆ, ਯਾਨੀ ਉਹਦੇ ਕਰਕੇ ਵੀ ਇਹ ਕੀਤਾ ਗਿਆ? ਕਿਉਂਕਿ ਉਹ ਤਾਂ ਲੌਜਿਕ ਦਿੰਦੇ ਨੇ ਕਿ ਅਸੀਂ ਤਾਂ ਜੀ ਸਿਕਿਉਰਿਟੀ ਲਈ ਕਰ ਰਹੇ ਹਾਂ, ਨੈਸ਼ਨਲਿਜ਼ਮ ਲਈ ਕਰ ਰਹੇ ਹਾਂ, ਦੇਸ਼ ਪ੍ਰੇਮ ਲਈ ਕਰ ਰਹੇ ਹਾਂ। ਤੇ ਅੱਜ ਤੱਕ ਇੱਥੇ ਜਦੋਂ ਅੱਤਵਾਦ ਸੀ ਉਦੋਂ ਤੇ ਸਿਕਿਉਰਿਟੀ ਦਾ ਕੋਈ ਖਤਰਾ ਨਹੀਂ ਸੀ ਪੰਜਾਬ ਨੂੰ। ਜਦੋਂ ਇੱਥੇ ਉਦੋਂ ਵੀ ਬੜੀ ਗੱਲ ਚੱਲੀ, 84 'ਚ ਬਲੂ ਸਟਾਰ ਆਪਰੇਸ਼ਨ ਹੋਇਆ, ਉਦੋਂ ਵੀ ਕਿਹਾ ਗਿਆ ਕਿ ਪਾਕਿਸਤਾਨ ਨੇ ਰਾਤ ਨੂੰ ਹਮਲਾ ਕਰ ਦੇਣਾ। ਉਦੋਂ ਤੇ ਪਾਕਿਸਤਾਨ ਦੀ ਜ਼ਰੂਰਤ ਨਾ ਪਈ। ਤੇ ਹੁਣ ਜਦੋਂ ਕੋਈ ਪੀਸਫੁਲ ਆ, ਤੇ ਇਹ ਮੇਰਾ ਖਿਆਲ ਹੈ ਕਿ ਯਾਦਵਿੰਦਰ, ਮੈਨੂੰ ਬੜਾ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਪਰਸੋਂ ਜਿਹੜਾ ਪੁੰਛ ਦੇ ਵਿੱਚ ਹਮਲਾ ਹੋਇਆ, ਉਹਦੇ 'ਚ ਪੰਜਾਬ ਦੇ 4 ਜਵਾਨ ਸ਼ਹੀਦ ਹੋਏ ਨੇ। ਬਿਲਕੁਲ। ਤੇ ਕਿਤੇ ਬਿਹਾਰ ਦੀਆਂ ਇਲੈਕਸ਼ਨਾਂ ਵਾਂਗੂ ਜਿੱਦਾਂ ਪੁਲਵਾਮਾ 'ਚ ਹਮਲਾ ਕਰਕੇ ਤੇ ਸਾਰੇ ਬਿਹਾਰੀ ਸ਼ਹੀਦ ਕਰਵਾ ਦਿੱਤੇ ਗਏ। ਯਾਰ, ਦੇਸ਼ ਨੂੰ ਸੋਚਣਾ ਪਏਗਾ। ਸਾਡੀ ਦੇਸ਼ ਭਗਤੀ ਦੇ ਉੱਤੇ ਉਂਗਲ ਖੜੀ ਨਾ ਕਰਨ। ਮੇਰਾ ਪਰਿਵਾਰ 1921 ਦੇ ਵਿੱਚ ਕਾਂਗਰਸ ਜੁਆਇਨ ਕੀਤੀ ਸੀ, ਤੇ ਅੱਜ ਮੈਨੂੰ ਪੂਰਾ 100 ਸਾਲ ਹੋ ਗਿਆ। ਮੇਰੀ 61 ਸਾਲ ਦੀ ਉਮਰ ਆ, ਤੇ ਮੇਰੀ 61 ਜਿਹੜੇ ਈਅਰਸ ਨੇ, ਇਹ ਮੇਰੇ ਪੋਲਿਟਿਕਸ ਦੇ ਵਿੱਚ ਰਹੇ ਨੇ। ਪਰ ਜਿੱਦਾਂ ਦੇ ਮੈਂ ਹੁਣ ਦੇਖ ਰਿਹਾ ਹਾਲਾਤ, ਉਹ ਮੈਂ ਠੀਕ ਹੈ, ਕਾਂਗਰਸ ਵੇਲੇ ਐਮਰਜੈਂਸੀ ਲੱਗੀ, ਐਮਰਜੈਂਸੀ ਦੇ ਵਿੱਚ ਵੀ ਇਹ ਹਾਲਾਤ ਨਹੀਂ ਸੀ ਜੋ ਇਹ ਸਰਕਾਰ ਹਾਲਾਤ ਪੈਦਾ ਕਰ ਰਹੀ ਆ। ਇਹ ਦੇਸ਼ ਦੀ ਅਖੰਡਤਾ ਨੂੰ ਖਤਰਾ ਪੈਦਾ ਹੋ ਗਿਆ, ਇਹ ਸੈਕੂਲਰਿਜ਼ਮ ਨੂੰ ਖਤਰਾ ਪੈਦਾ ਹੋ ਗਿਆ। ਪੰਜਾਬ ਦੇ ਵਿੱਚ ਇੰਨਾ ਅੱਤਵਾਦ ਚੱਲਿਆ ਸੀ। ਪੰਜਾਬ 'ਚ ਯਾਦਵਿੰਦਰ, ਤੇਰਾ ਨਾਮ ਵੀ ਕਰਫਿਊ ਹੈ, ਜਿਸ ਦਿਨ ਤੇਰਾ ਬਰਥ ਹੋਇਆ, ਤੇਰਾ ਉਸ ਦਿਨ ਕਰਫਿਊ ਲੱਗ ਗਿਆ ਸੀ ਪੰਜਾਬ 'ਚ। ਤੇ ਤੁਹਾਨੂੰ ਯਾਦ ਹੋਣਾ, ਮਾਂ-ਬਾਪ ਦੱਸਦੇ ਹੋਣਗੇ ਕਿ ਜੋ ਕਾਲੇ ਦਿਨ ਲੋਕਾਂ ਨੇ ਦੇਖੇ ਨੇ ਪੰਜਾਬ ਦੇ ਵਿੱਚ, ਇੱਕ ਦਿਨ ਵੀ ਕਮਿਊਨਲ ਜਿਹੜੀ ਸੀ ਵਾਇਲੈਂਸ ਨਹੀਂ ਸੀ ਹੋਈ ਧਰਮ ਦੇ ਨਾਂ ਤੇ, ਇੱਕ ਦਿਨ ਵੀ ਸਾਡੀ ਪੰਜਾਬੀਆਂ ਦੀ ਲੜਾਈ ਨਹੀਂ ਸੀ ਹੋਈ। ਮੈਂ ਗਵਰਨਮੈਂਟ ਆਫ ਇੰਡੀਆ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਐਜ਼ ਏ ਲੇਮੈਨ, ਐਜ਼ ਏ ਡਿਪਟੀ ਸੀਐਮ ਤੇ ਐਜ਼ ਏ ਮੁੱਖ ਮੰਤਰੀ, ਮੈਂ ਹੱਥ ਜੋੜਦਾ ਕਿ ਪੰਜਾਬੀਆਂ ਨੂੰ ਉਹਨਾਂ ਦੇ ਰਹਿਮੋ ਕਰਮ ਤੇ ਛੱਡ ਦਿਓ। ਸਾਨੂੰ ਪਤਾ ਹੀ ਆਪਣਾ ਦੇਸ਼ ਕਿਵੇਂ ਆਜ਼ਾਦ ਕਰਾਇਆ, ਸਾਨੂੰ ਪਤਾ ਹੀ ਪਾਕਿਸਤਾਨ 'ਚੋਂ ਕਿੱਦਾਂ ਉੱਜੜ ਕੇ ਆਏ ਆ, ਸਾਨੂੰ ਪਤਾ ਆਪਣੀਆਂ ਧੀਆਂ ਭੈਣਾਂ ਦੀ ਇੱਜ਼ਤਾਂ ਕਿਵੇਂ ਰੁਲਾ ਕੇ ਆਏ ਆ। ਤੇ ਮੈਨੂੰ ਇਹ ਵੀ ਪਤਾ ਕਿ ਜਿਸ ਵੇਲੇ ਅਬਦਾਲੀਏ ਤੋਂ ਧੀਆਂ ਭੈਣਾਂ ਲੈ ਕੇ ਜਾਂਦਾ ਸੀ, ਤੇ ਇਹਨਾਂ ਹੀ ਪੰਜਾਬੀਆਂ ਦੇ ਵਿੱਚ ਛੰਭ ਦੇ ਵਿੱਚ, ਮੇਰੇ ਗੁਰਦਾਸਪੁਰ ਜ਼ਿਲ੍ਹੇ ਦੇ ਕਲੂਕਰਾ ਜਿਹੜਾ ਹੋਇਆ, ਕਾਨੂੰਨ ਦਾ ਛੰਭ, ਉਹਦੇ ਵਿੱਚ ਧੀਆਂ ਭੈਣਾਂ ਖੋਹ ਕੇ ਅਬਦਾਲੀਆਂ ਕੋਲੋਂ ਤੇ ਆਪਣੇ ਪੂਰੇ ਹਿੰਦੁਸਤਾਨ 'ਚ ਭੇਜੀਆਂ ਸੀ। ਮੈਂ ਇਹ ਵੀ ਯਾਦ ਕਰਾਉਣਾ ਚਾਹੁੰਦਾ ਹਿੰਦੁਸਤਾਨ ਨੂੰ, ਦੀ ਗਵਰਨਮੈਂਟ ਨੂੰ, ਕਿ ਗੁਰੂ ਤੇਗ ਬਹਾਦਰ ਨੇ ਜੰਮੂ ਕਸ਼ਮੀਰ ਦੇ ਜਿਹੜੇ ਹਿੰਦੂ ਆ ਕੇ ਮਿਲੇ ਸੀ, ਪੰਡਤ ਮਿਲੇ ਸੀ, ਉਹਨਾਂ ਆਖਿਆ ਕਿ ਕਿਸੇ ਦੀ ਕੁਰਬਾਨੀ ਚਾਹੀਦੀ ਆ, ਤੇ ਸਾਡੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ, ਪਿਤਾ ਜੀ ਤੁਹਾਡੇ ਤੋਂ ਵੱਡਾ ਕੌਣ ਹੈ ਜਿਹਦੀ ਕੁਰਬਾਨੀ ਦਿੱਤੀ ਜਾ ਸਕਦੀ ਹੈ? ਤੇ ਗੁਰੂ ਤੇਗ ਬਹਾਦਰ ਪੰਜਾਬ ਦੀ ਚਾਦਰ ਨਹੀਂ ਬਣੇ, ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਬਣੇ ਆ। ਮੈਂ ਗਵਰਨਮੈਂਟ ਨੂੰ ਕਹਿਣਾ ਚਾਹੁੰਦਾ ਕਿ ਸਾਡੇ ਗੁਰੂਆਂ, ਸਾਡੀ ਗੁਰਬਾਣੀ ਨੂੰ ਜੇ ਤੁਸੀਂ ਪੜ੍ਹ ਲਓ, ਤੇ ਮੇਰਾ ਖਿਆਲ ਤੁਹਾਡੇ ਤੋਂ ਸਾਰਿਆਂ ਤੋਂ ਈਰਖਾ ਹੀ ਖਤਮ ਹੋ ਜਾਏਗੀ। ਤੁਸੀਂ ਸਾਂਝੀਵਾਲਤਾ ਦਾ ਉਪਦੇਸ਼ ਦਿਓ। ਪਰ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਪੜ੍ਹੀ ਹੋਈ ਹੈ ਗੁਰਬਾਣੀ, ਉਹ ਕਿਉਂ ਕਹਿ ਰਹੇ ਨੇ? ਮੈਂ ਤੇ ਪਹਿਲਾਂ ਹੀ ਦੱਸਦਾ ਕਿ ਕੈਪਟਨ ਸਾਹਿਬ ਮੇਰਾ ਖਿਆਲ ਡੈਸਪਰੇਟ ਹੋਏ ਫਿਰਦੇ ਨੇ ਕਿ ਮੇਰੀ ਚੀਫ ਮਿਨਿਸਟਰੀ ਕਿਉਂ ਲਈ ਆ। ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਡੇ ਘਰ ਗੁਰੂਆਂ ਦੀ ਬੜੀ ਬਖਸ਼ਿਸ਼ ਆ, ਤੁਹਾਡੇ ਘਰ ਜਿਹੜੇ ਸ਼ਸਤਰ ਪਏ ਨੇ ਉਹਨਾਂ ਨੂੰ ਜਾ ਕੇ ਮੱਥਾ ਟੇਕੋ, ਔਰ ਉਹਦੇ ਜਾ ਕੇ ਅਰਦਾਸ ਕਰੋ ਕਿ ਮੇਰੇ ਪੰਜਾਬ ਨੂੰ ਜਿਹੜੀ ਗਵਰਨਮੈਂਟ ਆਫ ਇੰਡੀਆ ਨਜ਼ਰ ਲਾ ਰਹੀ ਆ, ਜਿਹੜੀ ਕਾਲੀ ਅੱਖ ਰੱਖ ਰਹੀ ਆ, ਉਹਨਾਂ ਸ਼ਸਤਰਾਂ ਕਰਕੇ ਹਿੰਦੁਸਤਾਨ ਜਿਹੜਾ ਬਚਿਆ ਸੀ, ਉਹਨਾਂ ਸ਼ਸਤਰਾਂ ਕਰਕੇ ਅੱਜ ਪੰਜਾਬ ਵੀ ਬਚੇਗਾ। ਜਿਹੜੇ ਕਰਤਾਰਪੁਰ ਦੇ ਕੈਪਟਨ ਸਾਹਿਬ ਦੇ ਮਹੱਲ ਮੋਤੀ ਮਹਿਲ 'ਚ ਪਏ ਨੇ, ਮੈਂ ਦਰਸ਼ਨ ਕਈ ਵਾਰ ਕੀਤੇ, ਜਦੋਂ ਜਾਈਦਾ ਉੱਥੇ ਦੇਖੀਦਾ ਕਿ ਕਿਵੇਂ ਸਾਡੇ ਗੁਰੂਆਂ ਨੇ ਲੜਾਈਆਂ ਲੜੀਆਂ। ਕੈਪਟਨ ਸਾਹਿਬ,
ਤੁਹਾਨੂੰ ਬੇਨਤੀ ਆ ਕਿ ਤੁਸੀਂ ਜਦੋਂ ਕੈਬਨਿਟ ਦੇ ਵਿੱਚ ਗੱਲ ਕਰਦੇ ਸੀ, ਤੁਸੀਂ ਨੈਸ਼ਨੈਲਿਟੀ ਤੇ ਪੰਜਾਬ ਦੀ ਗੱਲ ਕਰਦੇ ਸੀ। ਅੱਜ ਤੁਸੀਂ ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਜਾਂ ਆਰਮੀ ਦੀ ਗੱਲ ਕਰਕੇ ਮੈਂ ਤੁਹਾਨੂੰ ਫਿਰ ਦੁਬਾਰਾ ਯਾਦ ਕਰਾਉਣਾ ਚਾਹੁੰਦਾ ਕਿ ਹਰੂਵਾਲ ਪਿੰਡ ਦੀ ਆਪਣੀ ਸਪੀਚ ਯਾਦ ਕਰ ਲਿਓ। ਜੇ ਨਹੀਂ ਤੁਹਾਨੂੰ ਹੈਗੀ ਤੇ ਮੇਰੇ ਕੋਲ ਉਹਦੀ ਰਿਕਾਰਡਿੰਗ ਹੈਗੀ ਆ, ਉਹ ਮੈਂ ਕੈਪਟਨ ਸਾਹਿਬ ਨੂੰ ਭੇਜ ਦੂੰਗਾ। ਮੈਂ ਯਾਦਵਿੰਦਰ ਤੈਨੂੰ ਵੀ ਭੇਜ ਦੂੰਗਾ, ਉਹ ਵੀ ਚਲਾ ਕੇ ਦੇਖ ਲਿਓ। ਉੱਥੇ ਜਦੋਂ ਕਿਹਾ ਸੀ ਕਿ ਪੰਜਾਬ ਦੇ ਵਿੱਚ ਪੰਜਾਬੀਓ ਬਿਲਕੁਲ ਸਮਾਨ ਨਾ ਚੱਕਿਓ, ਉੱਥੇ ਲੋਕਾਂ ਨੇ ਟਰਾਲੀਆਂ 'ਚ ਸਮਾਨ ਪਾਇਆ ਸੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਮੈਂ ਬੈਠਾ, ਬਿਲਕੁਲ ਗਵਰਨਮੈਂਟ ਆਫ ਇੰਡੀਆ ਦੀ ਗੱਲ ਨਹੀਂ ਸੁਣਨੀ, ਮੈਂ ਤੁਹਾਡਾ ਬੈਠਾ, ਮੈਂ ਤੁਹਾਡਾ ਅਮਰਿੰਦਰ ਸਿੰਘ ਬੈਠਾ, ਆਪਣੇ ਸਮਾਨ ਲੈ ਕੇ ਵਾਪਸ ਚਲੇ ਜਾਓ। ਤੇ ਕੈਪਟਨ ਅਮਰਿੰਦਰ ਸਿੰਘ ਦੀ ਕਾਲ ਤੇ ਸਾਰੇ ਪਿੰਡਾਂ 'ਚ ਸਮਾਨ ਵਾਪਸ ਭੇਜ ਕੇ ਇਹ ਕਿਹਾ ਸੀ। ਤੇ ਨਾਲ ਹੀ ਕੈਪਟਨ ਸਾਹਿਬ ਨੇ ਡਿਊਟੀ ਪਤਾ ਕਿਹਦੀ ਲਾਈ ਸੀ? ਉਹ ਪੰਜਾਬ ਪੁਲਿਸ ਦੀ ਲਾਈ ਸੀ ਕਿ ਪੰਜਾਬ ਪੁਲਿਸ ਜਿਹੜੀ ਆ PAP ਇਹ ਸਾਰੇ ਪਿੰਡਾਂ ਦੇ ਵਿੱਚ ਰਾਖੀ ਤੁਹਾਡੀ ਕਰੇਗੀ ਤੇ ਮੈਂ ਤੁਹਾਡੇ ਕੋਲ ਫੇਰ ਆਵਾਂਗਾ ਦੁਬਾਰਾ। ਇਹ ਕੈਪਟਨ ਸਾਹਿਬ ਇੱਥੇ ਕਹਿ ਕੇ ਗਏ। ਅੱਛਾ, ਇਹ ਕਿਸਾਨ ਅੰਦੋਲਨ ਵਾਲਾ ਜਿਹੜਾ ਮੈਂ ਤੁਹਾਡੇ ਤੋਂ ਐਂਗਲ ਪੁੱਛ ਰਿਹਾ ਸੀ, ਤੁਹਾਨੂੰ ਲੱਗਦਾ ਕਿ ਪਿਛਲੇ ਸਮੇਂ ਜਿਵੇਂ ਕਿਸਾਨ ਅੰਦੋਲਨ ਚੱਲਿਆ ਉਹਦੇ ਕਰਕੇ ਵੀ ਪੰਜਾਬ ਨਿਸ਼ਾਨੇ ਤੇ ਹੈ? ਕੁਝ ਲੋਕ ਕਹਿ ਰਹੇ ਨੇ ਪੰਜਾਬ ਇਸ ਕਰਕੇ ਨਿਸ਼ਾਨੇ ਤੇ ਹੈ ਕਿਉਂਕਿ ਪੰਜਾਬ ਦੇ ਕਿਸਾਨਾਂ ਨੇ ਬਹੁਤ ਵੱਡਾ ਇੱਕ ਆਪੋਜੀਸ਼ਨ ਦਿੱਤੀ ਮੋਦੀ, ਅਸਲ ਆਪੋਜੀਸ਼ਨ ਮੋਦੀ ਸਰਕਾਰ ਲਈ ਕਿਸਾਨ ਬਣੇ। ਯਾਦਵਿੰਦਰ ਜੀ, ਜਿਸ ਵੇਲੇ ਕਿਸਾਨ ਖੜੇ ਨੇ ਲక్ష్ਮੀਪੁਰ ਖੀਰੀ 'ਚ ਤੇ ਪਿੱਛੋਂ ਲਿਆ ਕੇ ਟਰੱਕ ਗੱਡੀ ਚੜਾ ਦੇਣੀ ਜੀ, ਦਰੜ ਦੇਣੀ, ਤੇ ਉਹਦੇ ਬਾਅਦ ਆਹ ਚੀਜ਼ ਜਿਹੜੀ ਐਕਸ਼ਨ ਕਰਨੀ ਪੰਜਾਬ ਦੇ ਵਿੱਚ ਜਾਂ ਬਾਰਡਰ ਦੇ ਉੱਤੇ, ਇਹਦਾ ਤੁਸੀਂ ਮੇਰੇ ਨਾਲ ਤਾਂ ਯਾਰ ਤੂੰ ਬਹੁਤ ਸਿਆਣਾ, ਬੜੀਆਂ ਇੰਟਰਵਿਊਜ਼ ਲਈਆਂ ਤੇ ਮੈਨੂੰ ਤੂੰ ਹੀ ਇਹਦਾ ਜਵਾਬ ਦੇ ਦੇ ਇਹਦੇ ਪਿੱਛੇ ਮੋਟਿਵ ਕੀ ਆ। ਇਹਦਾ ਮਤਲਬ ਇਹ ਲੋਕਾਂ ਦਾ ਧਿਆਨ ਡਾਇਵਰਟ ਕਰਨਾ ਚਾਹੁੰਦੇ ਜੀ, ਤੇ ਇਹਦੇ ਤੋਂ ਬਚੀਏ ਸਾਰੇ। ਤੇ ਤੁਹਾਨੂੰ ਮੇਰੀ ਬੇਨਤੀ ਹੈ, ਜਿੰਨੇ ਤੁਸੀਂ ਪ੍ਰੈਸ ਵਾਲੇ ਹੋ, ਬਾਰਡਰ ਦੇ ਉੱਤੇ ਪੂਰੀ ਇੱਕ ਵਾਰ ਹਨੇਰੀ ਲਿਆ ਦਿਓ ਕਿ ਕਿਉਂ ਲੱਗਿਓ ਬਾਰਡਰ ਦਾ ਬੇੜਾ ਗਰਕ ਕਰਨ, ਕਿਉਂ ਲੱਗਿਓ ਪੰਜਾਬ ਨੂੰ ਖਤਮ ਕਰਨ। ਸਾਡੀਆਂ ਧੀਆਂ ਭੈਣਾਂ ਸੁੱਤੀਆਂ ਹੋਣਗੀਆਂ ਤੇ ਆਣ ਕੇ ਸਾਡੇ ਬਿਸਤਰੇ ਫੋਲਣ ਲੱਗ ਪੈਣਗੇ। ਕੋਈ ਪੰਜਾਬੀ ਬਰਦਾਸ਼ਤ ਕਰੇਗਾ ਜੀ? ਕੋਈ ਪੰਜਾਬੀ ਬਰਦਾਸ਼ਤ ਕਰੇਗਾ ਕਿ ਮੇਰਾ ਆਣ ਕੇ ਪਿੰਡ ਨੂੰ ਘੇਰਾ ਪਾ ਲਿਆ ਜਾਏ ਕਿ ਅਸੀਂ ਗੁੱਡੇ ਹਾਂ? ਕੋਈ ਬਰਦਾਸ਼ਤ ਨਹੀਂ ਕਰੇਗਾ ਜੀ। ਰੰਧਾਵਾ ਸਾਹਿਬ, ਇੱਕ ਲੈਟਰ, ਕਿਉਂਕਿ ਸਾਰੇ ਤਰੀਕੇ ਹੁੰਦੇ ਨੇ, ਇੱਕ ਪੋਲੀਟਿਕਸ ਆਪਣੀ ਥਾਂ ਦੇ ਉੱਤੇ ਆ, ਕਾਨੂੰਨੀ ਪ੍ਰਕਿਰਿਆ ਆਪਣੀ ਥਾਂ ਦੇ ਉੱਤੇ ਆ, ਤੁਸੀਂ ਹੋਮ ਮਿਨਿਸਟਰ ਹੋ, ਪੋਲੀਟੀਕਲ ਲੀਡਰ ਵੀ ਹੋ, ਤੁਹਾਡੇ ਪਰਿਵਾਰ ਦੀ ਇੱਕ ਪੋਲੀਟੀਕਲ ਲੈਗੇਸੀ ਵੀ ਹੈ। ਐਜ਼ ਏ ਹੋਮ ਮਿਨਿਸਟਰ ਤੁਸੀਂ ਲੀਗਲੀ ਕੀ ਲਿਖਿਆ ਹੈਗਾ ਜਾਂ ਕੀ ਲਿਖਣ ਜਾ ਰਹੇ ਹੋ ਕੇਂਦਰ ਸਰਕਾਰ ਨੂੰ, ਕੀ ਕਹਿਣ ਜਾ ਰਹੇ ਹੋ? ਉਹਦਾ ਬੜੀ ਡਿਟੇਲਡ ਲੈਟਰ ਲਿਖੀ ਹੈ, ਤੁਹਾਨੂੰ ਮੈਂ ਇੱਕ ਅੱਧੇ ਦਿਨ 'ਚ ਪ੍ਰੈਸ ਨੂੰ ਰਿਲੀਜ਼ ਵੀ ਕਰ ਦਿਆਂਗਾ, ਕਿਉਂਕਿ ਮੈਂ ਇਸ ਕਰਕੇ ਨਹੀਂ ਰਿਲੀਜ਼ ਕੀਤੀ ਉਹ ਪਹਿਲਾਂ ਹੋਮ ਮਿਨਿਸਟਰ ਸਾਹਿਬ ਕੋਲ, ਪ੍ਰਾਈਮ ਮਿਨਿਸਟਰ ਸਾਹਿਬ ਕੋਲ ਪਹੁੰਚ ਜੇ। ਇਹਦਾ ਬਹਾਨਾ ਨਾ ਲੈ ਲੈਣ ਕਿ ਸਾਨੂੰ ਚਿੱਠੀ ਪਾਉਣ ਤੋਂ ਪਹਿਲਾਂ ਨੇ ਪ੍ਰੈਸ ਨੂੰ ਰਿਲੀਜ਼ ਕੀਤੀ ਹੈ। ਉਹਦੇ 'ਚ ਮੈਂ ਤੁਹਾਨੂੰ ਸਾਰਿਆਂ ਨੂੰ ਦੇਵਾਂਗਾ ਔਰ ਉਹਦੇ 'ਚ ਬੜਾ ਮੈਂ ਲੌਜੀਕਲੀ ਔਰ ਪੁਆਇੰਟ ਬਾਈ ਪੁਆਇੰਟ ਲਿਖਿਆ ਤੇ ਨਾਲ ਹੀ ਉਹਨਾਂ ਕੋਲੋਂ ਟਾਈਮ ਮੰਗਿਆ ਕਿ ਮੈਨੂੰ ਟਾਈਮ ਦਿਓ, ਸਾਡੇ ਚੀਫ ਮਿਨਿਸਟਰ ਸਾਹਿਬ ਨੂੰ ਟਾਈਮ ਦਿਓ, ਅਸੀਂ ਤੁਹਾਨੂੰ ਇਕੱਠਾ ਮਿਲਣਾ ਚਾਹੁੰਦੇ ਹਾਂ ਔਰ ਆਪਣੇ ਆਫਿਸਰਸ ਦੀ ਟੀਮ ਵੀ ਲੈ ਕੇ ਜਾਵਾਂਗੇ ਔਰ ਇਹ ਵੀ ਦੱਸਾਂਗੇ ਕਿ ਇੰਨੇ ਪੰਜਾਬ ਦੇ ਵਿੱਚ ਸਾਡੇ ਪੁਲਿਸ ਆਫਿਸਰ ਸ਼ਹੀਦ ਹੋਏ ਸੀ ਤੇ ਉਹਨਾਂ ਨੇ ਪੰਜਾਬ ਦੀ ਅਖੰਡਤਾ, ਅੱਤਵਾਦ ਨੂੰ ਖਤਮ ਕਰਨ 'ਚ ਸਭ ਤੋਂ ਪਹਿਲਾ ਰੋਲ ਸੀਗਾ ਉਹ ਪੰਜਾਬ ਪੁਲਿਸ ਦਾ ਸੀ। ਸਭ ਤੋਂ ਵੱਧ ਜੇ ਸ਼ਹੀਦ ਹੋਏ ਨੇ ਉਸ ਟਾਈਮ BSF ਜਾਂ CRPF ਨਹੀਂ ਹੋਈ, ਸਭ ਤੋਂ ਵੱਧ ਪੰਜਾਬ ਪੁਲਿਸ ਦੇ ਜਵਾਨ ਸ਼ਹੀਦ ਹੋਏ। ਤੇ ਯਾਰ ਸਾਡੀ ਇਹਦੇ ਤੇ ਨੈਸ਼ਨੈਲਿਟੀ ਤੇ ਸ਼ੱਕ ਤੇ ਨਾ ਕਰੋ, ਉਹ ਕਾਲੇ ਪਾਣੀ 'ਚ ਸਾਡੇ ਹੀ ਬੰਦੇ ਸੀ, ਪੰਜਾਬੀ ਸੀ, ਉੱਥੇ ਸਭ ਤੋਂ ਵੱਧ ਸ਼ਹੀਦ ਹੋਏ। ਤਾਂ ਵੀਰ ਸਵਾਰਕਰ ਹੋਣੀ ਤੇ ਤੂੰ ਮਾਫੀ ਮੰਗ ਕੇ ਨਿਕਲ ਆਏ। ਤੇ ਯਾਰ ਸਾਨੂੰ ਅੱਜ ਆਪਣੀ ਦੇਸ਼ ਭਗਤੀ ਵੀ ਦੱਸਣੀ ਪੈ ਰਹੀ ਆ। ਸਾਨੂੰ ਇਹ ਦੱਸਣਾ ਪਏਗਾ ਕਿ ਭਗਤ ਸਿੰਘ ਕੌਣ ਸੀ, ਸਾਨੂੰ ਦੱਸਣਾ ਪਏਗਾ ਕਰਤਾਰ ਸਿੰਘ ਸਰਾਭਾ ਕੌਣ ਸੀ, ਸਾਨੂੰ ਦੱਸਣਾ ਪਏਗਾ ਕਿਚਲੂ ਕੌਣ ਸੀ, ਸਾਨੂੰ ਇਹ ਸਾਰੀਆਂ ਦੱਸਣੀਆਂ ਪੈਣਗੀਆਂ। ਸਾਨੂੰ ਦੱਸਣਾ ਪਏਗਾ ਕਿ ਸਾਡੇ ਸ਼ਹੀਦ ਜਿਹੜੇ ਬੱਬਰ ਖਾਲਸਾ ਸੀਗੇ, ਉਹ ਬੱਬਰ ਅਕਾਲੀ ਸੀਗੇ, ਉਹ ਕੌਣ ਸੀਗੇ, ਮਜੈਲ ਭਰਾ ਕੌਣ ਸੀਗੇ ਜਿਨ੍ਹਾਂ ਨੇ ਆਪਣੀ ਜ਼ਿੰਦਗੀਆਂ ਵਾਰ ਦਿੱਤੀਆਂ। ਪ੍ਰਤਾਪ ਸਿੰਘ ਕੈਰੋਂ ਸਾਨੂੰ ਦੱਸਣਾ ਪਏਗਾ, ਦਰਬਾਰਾ ਸਿੰਘ ਦੱਸਣਾ ਪਏਗਾ ਕਿੰਨੀਆਂ ਕੈਦਾਂ ਕੱਟੀਆਂ। ਤੇ ਇਹ ਵੀ ਦੱਸ ਦੇਣ ਕਿ BJP ਦੇ ਕਿਹੜਿਆਂ ਲੀਡਰਾਂ ਨੇ ਕੈਦਾਂ ਕੱਟੀਆਂ ਨੇ, ਕਿਹਨਾਂ ਨੇ ਦੇਸ਼ ਭਗਤੀ ਦੇ, ਕਿਹਨਾਂ ਨੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ ਨੇ, ਕਿਹੜੇ ਦੇਸ਼ ਦੀ ਆਜ਼ਾਦੀ ਲਈ ਗਏ ਨੇ। ਇਹਦੇ ਤੇ ਡਿਬੇਟ ਤੇ ਹੋਣੀ ਚਾਹੀਦੀ ਆ ਕਿ ਅਸੀਂ RSS ਦਾ ਏਜੰਡਾ ਲੈ ਕੇ ਦੇਸ਼ ਨੂੰ ਬਰਬਾਦ ਕਰਨ ਵਾਲੇ ਪਾਸੇ ਤੁਰਾਂਗੇ। ਕੀ ਤੁਹਾਡੀ ਕੋਈ ਹੁਣ ਤੱਕ, ਇੱਕ ਤਾਂ ਤੁਸੀਂ ਲੈਟਰ ਲਿਖ ਰਹੇ ਹੋ, ਵੈਸੇ ਕੋਈ ਗੱਲਬਾਤ ਹੋਈ ਕੇਂਦਰ ਦੇ ਕਿਸੇ ਅਧਿਕਾਰੀ ਨਾਲ ਕਿ ਅਸਲ 'ਚ ਕੀ ਕਹਾਣੀ ਆ? ਤੁਹਾਨੂੰ ਗੱਲ ਕਰ ਜੀ, ਜਿਹੜੇ ਕਿਸਾਨਾਂ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਹੋ ਗਏ ਤੇ ਮੇਰੇ ਵਰਗੇ ਇੱਕ ਛੋਟੇ ਜਿਹੇ ਕੀੜੀ ਨੂੰ ਕਿੱਥੇ ਉਹ ਪੁੱਛਣ ਲੱਗੇ ਨੇ।
ਜੇ ਉਹਨਾਂ ਦੀ ਹੁੰਦੀ ਗੱਲ, ਉਹਨਾਂ ਨੂੰ ਇਮੀਡੀਏਟਲੀ ਕੋਈ ਉੱਥੋਂ ਗਵਰਨਮੈਂਟ ਆਫ ਇੰਡੀਆ ਨੂੰ ਚਾਹੀਦਾ ਸੀ ਕਿ ਚੀਫ ਮਿਨਿਸਟਰ ਜਾਂ ਹੋਮ ਮਿਨਿਸਟਰ ਨੂੰ ਬੁਲਾਉਂਦੇ ਕਿ ਦੱਸੋ ਵੀ ਤੁਹਾਡੇ ਪੰਜਾਬ 'ਚ ਕੀ ਪ੍ਰੋਬਲਮ ਹੈ, ਤਾਂ ਅਸੀਂ ਕਰਨ ਲੱਗੇ ਹਾਂ। ਉਹਨਾਂ ਦਾ ਕੰਮ ਸੀ ਨਾ ਸਾਨੂੰ ਪੁੱਛਣਾ। ਇਹਦੀ ਕੋਈ ਪ੍ਰੈਕਟਿਸ ਸ਼ੁਰੂ ਕਰਤੀ ਇਹਨਾਂ ਨੇ ਜਾਂ ਅਜੇ ਸਿਰਫ ਨੋਟੀਫਿਕੇਸ਼ਨ ਆ ਗਿਆ? ਰਾਜਵਿੰਦਰ ਇੱਕ ਮਿੰਟ ਗੱਲ ਸੁਣ ਲਓ, ਮੈਂ ਬਾਰਡਰ ਦੇ ਉੱਤੇ ਰਹਿੰਦਾ, ਉਹ ਇਹਨਾਂ ਕੋਲ ਤੇ ਬਾਰਡਰ ਦੀ ਜਿਹੜੀ ਉੱਥੇ ਹੈਗੀ ਆ ਤਾਰ ਆ, ਉਹਦੇ ਲਾਗੇ ਇਹਨਾਂ ਕੋਲ ਪਿਊਰੀ ਸਿਕਿਉਰਿਟੀ ਹੈ ਨਹੀਂ, ਤੇ ਪੰਜਾਬ 'ਚ ਤੇ ਕੀ ਕਰ ਲੈਣਗੇ? ਇਹਨਾਂ ਕੋਲ 15 ਸਾਲ ਪੁਲਿਸ ਸਟੇਸ਼ਨ ਬਣਾਉਣਗੇ, ਫੋਰਸ ਕਿੱਥੋਂ ਲੈ ਕੇ ਆਉਣਗੇ? ਇਹਨਾਂ ਕੋਲ 15 ਸਾਲ ਇਹ ਚੀਜ਼ਾਂ ਨਹੀਂ ਚੱਲਣੀਆਂ। ਇਹ ਲੋਕਾਂ ਦੇ ਵਿੱਚ ਸਹਿਮ ਪੈਦਾ ਕਰ ਲਈ, ਕੰਸਲਟੀ ਅੰਦੋਲਨ ਨੂੰ ਖਤਮ ਕਰ ਲਈ ਇਹਨਾਂ ਨੇ। ਇਹ ਗੱਲਾਂ ਕੁਝ ਹੀ ਚਾਲਾਂ ਚੱਲ ਰਹੇ। ਤਾਂ ਹੁਣ ਕੀ ਕਾਂਗਰਸ ਜੀ 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 ਤੇ ਤੁਸੀਂ ਇਹ ਦੇਖ ਲਓ ਕਿ ਜਿੰਨੀ ਬਾਰਡਰ ਤੇ ਚਾਹੀਦੀ ਹੈ ਨਾ ਜੀ, ਇਹਨਾਂ ਕੋਲ ਉਨੀ ਫੋਰਸ ਹੈ ਨਹੀਂ। 3 ਸਾਲ ਹੋ ਗਏ ਨੇ, ਮੈਂ ਇਹਨਾਂ ਨੂੰ ਜ਼ਮੀਨ ਅਲਾਟ ਕਰ ਦਿੱਤੀ ਹੈ ਕਲਾਨੌਰ ਦੇ ਵਿੱਚ 80 ਏਕੜ। ਅੱਜ ਤੱਕ ਇਹਨਾਂ ਕੋਲ ਬਟਾਲੀਅਨ ਨਹੀਂ ਉੱਥੇ ਬਣ ਸਕੀ। 3 ਸਾਲ ਹੋ ਗਏ ਜ਼ਮੀਨ ਅਲਾਟ ਕੀਤੀ ਨੂੰ, ਬਟਾਲੀਅਨ ਨਹੀਂ ਖੜੀ ਕਰ ਸਕੀ। ਤੇ ਤੁਸੀਂ ਕੀ ਤੁਸੀਂ ਸਮਝਦੇ ਹੋ? ਇਹਦੇ ਲੋਕਾਂ ਨੂੰ ਪੈਨਿਕ ਕਰਨਾ ਚਾਹੁੰਦੇ ਨੇ ਜੀ। ਇੱਕ ਤਰੀਕਾ ਤਾਂ ਇਹ ਹੋ ਗਿਆ ਕਿ ਤੁਸੀਂ ਲੈਟਰ ਲਿਖ ਰਹੇ ਹੋ, ਪ੍ਰੋਟੈਸਟ ਅਕਾਲੀ ਦਲ ਵੀ ਕਰ ਰਿਹਾ, ਆਮ ਆਦਮੀ ਪਾਰਟੀ, ਸਾਰੀਆਂ ਪਾਰਟੀਆਂ ਦੀ ਇੱਕ ਪੋਜੀਸ਼ਨ ਹੈ ਇਸ ਮਸਲੇ ਦੇ ਉੱਤੇ, ਕੰਡੈਮ ਕਰ ਰਹੇ ਨੇ। ਕਾਂਗਰਸ ਦੇ ਬਾਰੇ ਕਿਹਾ ਜਾ ਰਿਹਾ, ਕੱਲ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਕਾਂਗਰਸ ਅਗਰ ਅਗਵਾਈ ਕਰੇ, ਕਿਉਂਕਿ ਸਰਕਾਰ ਤੁਹਾਡੀ ਹੈ ਇਸ ਮਸਲੇ 'ਚ, ਤਾਂ ਬਾਕੀ ਪੰਜਾਬ ਵੀ ਪਿੱਛੇ ਖੜਾ ਹੋ ਜਾਏਗਾ। ਕਿ ਕੋਈ ਇਸ ਤਰ੍ਹਾਂ ਦਾ ਜਿਵੇਂ ਰਾਜਾਂ ਦੇ ਵੱਧ ਅਧਿਕਾਰਾਂ ਦੀ, ਮੇਰਾ ਪੂਰਾ ਸਵਾਲ ਰੰਧਾਵਾ ਸਾਹਿਬ ਪੂਰਾ ਸਵਾਲ ਸੁਣਿਓ ਮੇਰਾ, ਜਿਵੇਂ ਰਾਜਾਂ ਦੇ ਵੱਧ ਅਧਿਕਾਰਾਂ ਤੇ ਹਮਲਾ ਹੈ, ਯਾਨੀ ਇੱਕ ਫੈਡਰਲ ਸਟਰਕਚਰ ਤੇ ਹਮਲਾ ਹੋਈ ਜੋ ਰਾਜਾਂ ਦੇ ਵੱਧ ਅਧਿਕਾਰਾਂ ਦੀ ਲੜਾਈ ਸੀ, ਕਿ ਇਹਦੇ ਲਈ ਕੋਈ ਪੋਲੀਟੀਕਲ ਲੜਾਈ ਵੀ ਸ਼ੁਰੂ ਕਰ ਸਕਦੇ ਹੋ ਤੁਸੀਂ, ਜਿਹੜੀ ਪੂਰੇ ਦੇਸ਼ ਨਾਲ ਵੀ ਜੁੜੀ ਹੋਵੇ, ਦੇਸ਼ ਦੇ ਉਹ ਸੂਬਿਆਂ ਨਾਲ ਜੁੜੀ ਹੋਵੇ ਜਿਹੜੇ ਸੂਬੇ ਟਾਰਗੇਟ ਤੇ ਨੇ? ਮੈਂ ਇਹਦੇ 'ਚ ਪਹਿਲੀ ਗੱਲ ਤੇ ਜਿਹੜੇ ਸਾਰੀਆਂ ਪਾਰਟੀਆਂ, ਤੁਸੀਂ ਅਕਾਲੀ ਦਲ ਦਾ ਨਾਂ ਲਿਆ, ਤੇ ਮੈਂ ਪੁੱਛਣਾ ਚਾਹੁੰਦਾ ਕਿ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ ਜਿਹੜਾ ਆਨੰਦਪੁਰ ਸਾਹਿਬ ਦਾ ਮਤਾ ਕਿਉਂ ਛੱਡ ਦਿੱਤਾ? ਅਕਾਲੀ ਦਲ ਇਹਦਾ ਤੇ ਜਵਾਬ ਦੇ ਦੇ। ਪ੍ਰਕਾਸ਼ ਸਿੰਘ ਬਾਦਲ ਕਿਉਂ, ਪ੍ਰਕਾਸ਼ ਸਿੰਘ ਬਾਦਲ ਨੇ ਆਨੰਦਪੁਰ ਦਾ ਮਤਾ ਛੱਡਿਆ, ਅਕਾਲੀ ਦਲ ਨੇ ਕੀਤਾ ਸੀ। ਉਸ ਆਨੰਦਪੁਰ ਦੇ ਮਤੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਵੀ ਦਸਤਖਤ ਨੇ। ਅੰਮ੍ਰਿਤਸਰ ਐਲਾਨਨਾਮੇ ਤੇ ਨੇ, ਅੰਮ੍ਰਿਤਸਰ ਐਲਾਨਨਾਮੇ ਤੇ ਨੇ ਕੈਪਟਨ ਅਮਰਿੰਦਰ ਸਿੰਘ ਦੇ ਦਸਤਖਤ। ਅੰਮ੍ਰਿਤਸਰ ਐਲਾਨਨਾਮੇ, ਅੰਮ੍ਰਿਤਸਰ ਤੇ ਉਹਦੇ ਚ ਤੇ ਕੈਪਟਨ ਅੱਜ ਅਮਰਿੰਦਰ ਸਿੰਘ ਆਪਣੇ ਐਲਾਨਨਾਮੇ ਤੋਂ ਪਿੱਛੇ ਹਟ ਗਏ ਨੇ। ਪ੍ਰਕਾਸ਼ ਸਿੰਘ ਬਾਦਲ ਆਪਣੇ ਐਲਾਨਨਾਮੇ ਤੋਂ ਪਿੱਛੇ ਹਟ ਗਏ ਨੇ। ਇਹ ਤੇ ਬੜੀ ਵੱਡੀ ਡਿਬੇਟ ਆ। ਪਰ ਮੈਂ ਇਹ ਚਾਹਾਂਗਾ, ਮੈਂ ਅੱਜ ਚੀਫ ਮਿਨਿਸਟਰ ਸਾਹਿਬ ਨੂੰ ਬੇਨਤੀ ਵੀ ਕਰਨੀ, ਟੈਲੀਫੋਨ ਕਰਨਾ ਉਹਨਾਂ ਨੂੰ, ਕਿ ਇਹਦੇ ਤੇ ਇਮੀਡੀਏਟਲੀ ਆਲ ਪਾਰਟੀ ਮੀਟਿੰਗ ਜਿਹੜੀ ਬੁਲਾ ਲਈ ਜਾਵੇ। ਔਰ ਪੰਜਾਬ ਦੇ ਕੱਲੀ ਆਲ ਪਾਰਟੀ ਮੀਟਿੰਗ ਨਹੀਂ, ਇਹਦੇ 'ਚ ਜਿਹੜੇ ਇੰਟੈਲੈਕਚੁਅਲਸ ਨੇ, ਜਿਹੜੇ ਵਧੀਆ ਪੱਤਰਕਾਰ ਨੇ, ਇਹਨਾਂ ਸਾਰਿਆਂ 100-150 ਬੰਦੇ ਦੀ ਮੀਟਿੰਗ ਬੁਲਾਈ ਜਾਏ। ਉਹਦੇ ਤੇ ਪੂਰਾ ਦਿਨ ਡਿਬੇਟ ਹੋਣੀ ਚਾਹੀਦੀ ਆ ਕਿ ਪੰਜਾਬ ਦੇ ਨਾਲ ਜਿਹੜੀ ਬੇਇਨਸਾਫੀ ਹੋਣੀ ਜਾ ਰਹੀ ਆ, ਇਹ ਇੱਕ ਮੂਵਮੈਂਟ ਸਾਨੂੰ ਤਿਆਰ ਕਰਨੀ ਪਏਗੀ। ਅਸੀਂ ਆਪਣੇ ਹੱਕਾਂ ਦੇ ਕਦੀ ਡਾਕਾ ਨਹੀਂ ਮਾਰਨ ਦੇਵਾਂਗੇ। ਮੈਂ ਫਿਰ ਉਹੀ ਗੱਲ ਦੁਹਰਾਉਣਾ ਚਾਹੁੰਦਾ ਕਿ ਅਸੀਂ ਗੱਡੇ ਭਰ ਕੇ ਪਾਕਿਸਤਾਨ ਤੋਂ ਇੰਡੀਆ 'ਚ ਐਂਟਰ ਕੀਤੇ ਹਾਂ। ਸਾਡਾ ਰਾਵੀ ਦਰਿਆ ਜਿਹੜਾ ਪੁਲ ਸੀਗਾ, ਇਹਦੇ ਉੱਤੇ ਅਸੀਂ ਤੇ ਨਹੀਂ ਦੇਖਿਆ, ਲੋਕਾਂ ਕੋਲ ਸੁਣਿਆ, ਬਜ਼ੁਰਗ ਅਜੇ ਵੀ ਪਿੰਡਾਂ 'ਚ ਬੈਠੇ ਨੇ, ਉਹ ਕਹਿੰਦੇ ਟ੍ਰੇਨਾਂ ਵੱਡੀਆਂ ਆਈਆਂ, ਭਰੀਆਂ ਆਈਆਂ ਸੀ, ਕੋਈ ਟ੍ਰੇਨ ਖਾਲੀ ਨਹੀਂ ਸੀ। ਤੇ ਜਿਹੜਾ ਦਰਿਆ ਰਾਵੀ ਆ, ਇੱਥੇ ਇੰਨੀ ਵੱਢ ਟੁੱਕ ਹੋਈ ਸੀ ਕਿ ਇਹ ਸਾਰਾ ਦਰਿਆ ਭਰ ਗਿਆ ਸੀ ਲਾਸ਼ਾਂ ਦੇ ਨਾਲ। ਤੇ ਜੇ ਕਿਤੇ ਹੜ੍ਹ ਨਾ ਆਉਂਦਾ ਤੇ ਬਹੁਤ ਵੱਡੀ ਬਿਮਾਰੀ ਫੈਲ ਜਾਣੀ ਸੀ। ਉਹਦੇ ਬਾਅਦ ਏਡਾ ਜ਼ਬਰਦਸਤ ਆ ਰਿਹਾ ਕਿ ਸਾਰੀਆਂ ਲਾਸ਼ਾਂ ਜਿਹੜੀਆਂ ਰੋੜ ਕੇ ਉਹ ਅੱਗੇ ਲੈ ਗਿਆ। ਅਸੀਂ ਦੁਬਾਰਾ ਪੰਜਾਬ ਨੂੰ ਉਸ ਦਿਨ ਨੂੰ ਦੇਖਣ ਲਈ ਪੈਦਾ ਨਹੀਂ ਹੋਏ। ਅਸੀਂ ਆਪਣੀਆਂ ਕੁਰਸੀਆਂ ਕਰਸੀਆਂ ਸਾਡੀਆਂ ਪਤਾ ਨਹੀਂ ਕਿੱਥੇ ਜਾਣਗੀਆਂ। ਮੈਂ ਕਹਿੰਦਾ ਕਿ ਸਾਡੀ ਕੁਰਬਾਨੀ ਲੈਣ ਲਈ ਇਹ ਪੰਜਾਬ ਦੇ ਉੱਤੇ ਕਿਰਪਾ ਕਰਕੇ ਗਵਰਨਮੈਂਟ ਆਫ ਇੰਡੀਆ ਜਿਹੜੀ ਆ ਉਹ ਜਿਹੜੀ ਆ ਉਹ ਇਹਦੇ ਤੇ ਸੋਚੇ, ਤੇ ਜਿਹੜੀ ਕਿਸਾਨ ਅੰਦੋਲਨ ਦੀ ਆੜ ਦੇ ਵਿੱਚ ਪੰਜਾਬੀਆਂ ਨੂੰ ਸਬਕ ਸਿਖਾਉਣ ਦੀ ਕੋਸ਼ਿਸ਼ ਬੰਦ ਕਰੇ। ਧੰਨਵਾਦ ਰੰਧਾਵਾ ਸਾਹਿਬ, ਬਹੁਤ ਬਹੁਤ ਧੰਨਵਾਦ ਸਾਨੂੰ ਟਾਈਮ ਦੇਣ ਲਈ। ਤਾਂ ਇਹ ਸਨ ਸੁਖਜਿੰਦਰ ਰੰਧਾਵਾ, ਜਿਨ੍ਹਾਂ ਨੇ ਕਿਹਾ ਕਿ ਇੱਕ ਪੋਲੀਟੀਕਲ ਲੜਾਈ ਵੀ ਲੜੀ ਜਾਏਗੀ, ਲੀਗਲ ਲੜਾਈ ਵੀ ਲੜੀ ਜਾਏਗੀ, ਤੇ ਅਸੀਂ ਇਹ ਨਹੀਂ ਹੋਣ ਦੇਵਾਂਗੇ। ਇਹਦੇ ਤੇ ਸਾਰਾ ਪੰਜਾਬ ਇਕੱਠਾ। ਉਹਨਾਂ ਦਾ ਕਹਿਣਾ ਕਿ ਸਾਡੀਆਂ ਕੁਰਸੀਆਂ ਇਸ ਮਸਲੇ 'ਚ ਅਹਿਮ ਨਹੀਂ ਹੈ, ਲੜਾਈ ਜਾਰੀ ਰਹੇਗੀ।